ਏਕੰਕਾਰ ਸਤਿਗੁਰੂ ਇਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਹੇ ਕਪੂਰਾ ਪੁੱਤਰ ਬਾਜ ਰੱਖੋ ਮੈਂ ਅਖੇਰ ਕੋ ਸਾਜ। ਸ਼ਿਕਰੇ ਦੁਰਦੇ ਆਨਕ ਅਨਵਾਏ ਨੇ ਦਰਬ ਬੜੇਰੇ। ਕਹੇ ਕੋ ਪੂਰਾ ਪੁੱਤਰ ਬਾਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਜੋਤ ਤਖਤ ਚੌਰ ਸ਼ਦਰ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਅਪਰ ਅਪਾਰ ਕਿਰਪਾ ਰਹਿਮਤ ਦਾ ਸਦਕਾ ਜਗਤ ਗੁਰੂ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੇ ਪਾਵਨ ਅਸਥਾਨ ਗੁਰਦੁਆਰਾ ਸ੍ਰੀ ਬੇਰ ਸਾਹਿਬ ਜੀ ਵਿਖੇ ਚੌਦਸ ਦੇ ਦਿਹਾੜੇ ਤੇ ਗੁਰੂ ਚਰਨਾਂ ਦੀ ਹਾਜ਼ਰੀ ਭਰ ਰਹੀ ਗੁਰੂ ਕੀ ਸਾਜੀ ਨਵਾਜੀ ਹੋਈ ਸਾਧ ਸੰਗਤ ਜੀਓ, ਸਤਿਗੁਰਾਂ ਨੇ ਕਿਰਪਾ ਕੀਤੀ ਹੈ। ਸਤ ਸੰਗਤ ਦਾ ਅਮੋਲਕ ਸੁਭਾਗਾ ਸਮਾਂ ਬਖਸ਼ਿਆ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਇਸ ਧਰਤੀ ਨੂੰ ਜਿੱਥੇ ਭਾਗ ਲਾਏ, ਸੁਲਤਾਨਪੁਰ ਲੋਧੀ ਦੀ ਧਰਤੀ ਨੂੰ, ਇਸ ਧਰਤੀ ਦਾ ਕਣ ਕਣ ਪਵਿੱਤਰ ਕੀਤਾ। ਸਾਰ ਧਰਤੀ ਭਾਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਵੇ। ਸੇ ਜੰਤ ਭਏ ਹਰਿਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਔਰ ਇਸ ਧਰਤੀ ਨੂੰ ਗੁਰੂ ਸਾਹਿਬ ਜੀ ਨੇ ਆਪਣੇ ਚਰਨਾਂ ਦੀ ਛੋਹ ਦੇ ਕਰਕੇ ਰਹਿੰਦੀ ਦੁਨੀਆ ਤੱਕ ਜੀਵਾਂ ਦੀ ਕਲਿਆਣ ਹੁੰਦੀ ਰਹੇ, ਐਸੀ ਪਵਿੱਤਰ ਕਰ ਦਿੱਤਾ। ਔਰ ਇਸ ਧਰਤੀ ਦੇ ਉੱਤੇ ਗੁਰੂ ਸਾਹਿਬ ਜੀ ਦੇ ਸਥਾਨ ਸੋਭਾ ਪਾਉਂਦੇ, ਜਿੱਥੇ ਜਿੱਥੇ ਮਹਾਰਾਜ ਸਾਹਿਬ ਜੀ ਨੇ ਜੋ ਕੌਤਕ ਕੀਤੇ। ਔਰ ਇਸੇ ਧਰਤੀ ਤੋਂ ਸਤਿਗੁਰੂ ਜੀ ਨੇ ਚੜ੍ਹਿਆ ਸੋਧਣ ਧਰਤ ਲੁਕਾਈ। ਸਾਰੀ ਧਰਤੀ ਨੂੰ, ਸਾਰੀ ਲੁਕਾਈ ਨੂੰ ਸੋਧਣ ਵਾਸਤੇ ਇੱਥੋਂ ਹੀ ਉਦਾਸੀਆਂ ਆਰੰਭ ਕੀਤੀਆਂ। ਬਾਬੇ ਕਾਰੇ ਚਾਰ ਚੱਕ ਨੌ ਖੰਡ ਪ੍ਰਿਥਵੀ ਸੱਚਾ ਢੋਆ, ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਔਰ ਇੱਥੋਂ ਹੀ ਮਹਾਰਾਜ ਸਾਹਿਬ ਜੀ ਨੇ ਸਭ ਥਾਵਾਂ ਤੇ ਚੌਹਾਂ ਚੱਕਾਂ ਵਿੱਚ ਜਾ ਕਰਕੇ ਮੱਕੇ, ਮਦੀਨੇ, ਹਰਿਦੁਆਰ, ਕਾਂਸ਼ੀ, ਜਗਨਨਾਥਪੁਰੀ ਅਨੇਕਾਂ ਥਾਵਾਂ ਤੇ ਸਤਿਗੁਰੂ ਜੀ ਨੇ ਪਹੁੰਚ ਕੇ ਸੰਸਾਰ ਨੂੰ ਨਿਰੰਕਾਰ ਦੇ ਨਾਲ ਜੋੜਿਆ। ਧਰਮ ਦੀ ਕਿਰਤ ਕਰੋ, ਵੰਡ ਕੇ ਛਕੋ, ਨਾਮ ਜਪੋ, ਆਪਣਾ ਮਨੁੱਖਾ ਜਨਮ ਸਫਲ ਕਰੋ। ਇਹ ਪਵਿੱਤਰ ਉਪਦੇਸ਼ ਮਹਾਰਾਜ ਸਾਹਿਬ ਜੀ ਨੇ ਬਖਸ਼ਿਆ। ਗਰੀਬ ਨਵਾਜ ਨੇ ਆਖਿਆ, ਕਰਤਾਰ ਦੀ ਕੀਰਤੀ ਕਰੋ, ਧਰਮ ਦੀ ਕਿਰਤ ਕਰੋ। ਐਸਾ ਉਪਦੇਸ਼ ਸੰਸਾਰ ਨੂੰ ਦਿੱਤਾ। ਔਰ ਸਤਿਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਅੱਗੇ ਹਰ ਇੱਕ ਝੁਕਿਆ। ਭਾਵੇਂ ਕੋਈ ਰੂਹਾਨੀ ਤਾਕਤ ਵਾਲਾ ਸੀ, ਸਿੱਧ ਪੀਰਨਾਥ ਸੀ, ਉਹ ਵੀ ਝੁਕੇ। ਭਾਵੇਂ ਕੋਈ ਜਿਸਮਾਨੀ ਤਾਕਤ ਵਾਲਾ ਸੀ,
ਉਹ ਵੀ ਝੁਕੇ ਮਹਾਰਾਜ ਦੇ ਚਰਨਾਂ ਵਿੱਚ। ਤੇ ਭਾਵੇਂ ਕੋਈ ਆ ਸੰਸਾਰੀ ਤਾਕਤ ਵਾਲਾ ਸੀ, ਕੋਈ ਰਾਜੇ ਸੀ, ਵਜ਼ੀਰ ਅਹਿਲਕਾਰ, ਸਾਨੂੰ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਤੇ ਝੁਕੇ। ਸਾਰਾ ਸੰਸਾਰ ਹੀ ਗੁਰੂ ਬਾਬਾ ਜੀ ਦੇ ਚਰਨਾਂ ਤੇ ਝੁਕਿਆ, ਜਿਸ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਇਸ ਤਰ੍ਹਾਂ ਕੀਤਾ ਹੈ। ਗੜ ਬਗਦਾਦ ਨਿਵਾਏ ਅਗੇ ਮੱਕਾ ਮਦੀਨਾ ਸਭ ਨਿਵਾਏ, ਸਿੱਧ 84 ਮੰਡਲੀ ਖੜ ਦਰਸ਼ਨ ਪਾਖੰਡ ਜਿਨਾਇਆ। ਪਾਤਾਲਾਂ ਆਕਾਸ਼ ਲਖ ਜਿੱਤੀ ਧਰਤੀ ਜਗਤ ਸਦਾਇਆ। ਜਿੱਤੀ ਨਵ ਖੰਡ ਮੇਦਨੀ ਸਤਨਾਮ ਦਾ ਚੱਕਰ ਫਿਰਾਇਆ। ਦੇਵ ਦਾਨੋ ਰਾਖਸ਼ ਦੈਂਤ ਸਭ ਚਿਤ ਗੁਪਤ ਸਭ ਚਰਨੀ ਲਾਇਆ। ਇੰਦਰਾਸਨ ਅਪਸ਼ਰਾ ਰਾਗ ਰਾਗਣੀ ਮੰਗਲ ਗਾਇਆ। ਭਇਆ ਆਨੰਦ ਜਗਤ ਵਿੱਚ ਕਲ ਤਾਰਨ ਗੁਰ ਨਾਨਕ ਆਇਆ। ਹਿੰਦੂ ਮੁਸਲਮਾਨ ਨਿਵਾਇਆ। ਸਭ ਸੰਸਾਰ ਬਾਬਾ ਜੀ ਦੇ ਚਰਨਾਂ ਤੇ ਝੁਕਿਆ ਤੇ ਸਭ ਨੂੰ ਮਹਾਰਾਜ ਸਾਹਿਬ ਜੀ ਨੇ ਵਾਹਿਗੁਰੂ ਪਰਮੇਸ਼ਰ ਦੇ ਰਸਤੇ ਤੇ ਪਾਇਆ। ਭੁੱਲਿਆਂ ਭਟਕਿਆਂ ਨੂੰ ਮਾਰਗ ਦਿਖਾਇਆ। ਭੁੱਲੇ ਮਾਰਗ ਜਿਨਹਿ ਬਤਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਤੋ ਐਸੇ ਸਤਿਗੁਰੂ ਜੀ ਦੇ ਚਰਨਾਂ ਦੇ ਵਿੱਚ ਆਪਾਂ ਗੁਰੂ ਕੇ ਸਥਾਨ ਤੇ ਹਾਜ਼ਰੀਆਂ ਭਰ ਰਹੇ ਹਾਂ। ਗੁਰੂ ਕੀ ਕਿਰਪਾ ਦੇ ਨਾਲ ਲੜੀਵਾਰ ਰੂਪ ਦੇ ਵਿੱਚ ਸਾਧ ਸੰਗਤ ਜੀ ਸਤਿਗੁਰੂ ਜੀ ਦਾ 10ਵਾਂ ਸਰੂਪ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੇ ਪੰਥ ਕੇ ਵਾਲੀ ਕਲਗੀਧਰ ਬਾਜਾਂ ਵਾਲੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਾਵਨ ਇਤਿਹਾਸ ਸਤਿਗੁਰੂ ਜੀ ਮਾਲਵੇ ਦੇ ਇਲਾਕੇ ਵਿੱਚ ਬਖਸ਼ਿਸ਼ਾਂ ਵਰਤਾ ਰਹੇ ਹਨ ਔਰ ਮਹਾਰਾਜ ਸਾਹਿਬ ਕੋਟਕਪੂਰੇ ਪਹੁੰਚੇ ਹਨ। ਇਹ ਕਪੂਰੇ ਚੌਧਰੀ ਦੇ ਨਾਂ ਦੇ ਉੱਤੇ ਇਹ ਨਗਰ ਵਸਿਆ ਹੈ, ਕੋਟਕਪੂਰਾ। ਭਾਈ ਕਾਹਨ ਸਿੰਘ ਨਾਭਾ ਨੇ ਲਿਖਿਆ ਹੈ ਕਿ ਬੈਰਾੜ ਗੋਤ ਦਾ ਜੱਟ ਸੀ ਇਹ ਕਪੂਰਾ। ਬੈਰਾੜ ਗੋਤ ਦਾ ਜੱਟ ਕਪੂਰਾ ਸੀ, ਉਹਦੇ ਨਾਂ ਦੇ ਉੱਤੇ ਉਹਦਾ ਕੋਟ ਕਿਲਾ ਸੀ ਉੱਥੇ ਬਣਾਇਆ ਹੋਇਆ। ਉਹ ਕੋਟ ਕਿਲੇ ਕਰਕੇ ਉਸ ਦਾ ਨਾਂ ਫਿਰ ਕੋਟਕਪੂਰਾ ਪਿਆ। ਤੇ ਮਹਾਰਾਜ ਸਾਹਿਬ ਜੀ ਉਸ ਨਗਰ ਦੇ ਵਿੱਚ ਪਹੁੰਚੇ ਹਨ ਤੇ ਕਪੂਰਾ ਮਹਾਰਾਜ ਸਾਹਿਬ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਹੈ। ਤੇ ਪਹਿਲਾਂ ਤੇ ਬਹੁਤ ਭਾਵਨਾ ਦੇ ਨਾਲ ਇਸਨੇ ਨਮਸਕਾਰ ਕੀਤੀ ਹੈ ਆ ਕੇ। ਇਹਦੇ ਨਾਲ ਇਹਦੇ ਸ਼ਸਤਰਧਾਰੀ ਸੂਰਮੇ ਵੀ ਆਏ ਹਨ ਤੇ ਕਲਗੀਧਰ ਪਾਤਸ਼ਾਹ ਨੇ ਪੁੱਛਿਆ ਹੈ, ਕਪੂਰੇ ਦੱਸੇ ਜਿਹੜੇ ਤੇਰੇ ਆਦਮੀਆਂ ਨੇ ਸ਼ਸਤਰ ਧਾਰਨ ਕੀਤੇ, ਇਹਨਾਂ ਵਿੱਚ ਧੀਰਜ ਕਿੰਨੀ ਕੁ ਹੈ, ਸੂਰਬੀਰਤਾ ਕਿੰਨੀ ਕੁ ਹੈ, ਜੰਗ ਕਰਨ ਦਾ ਉਤਸ਼ਾਹ ਕਿੰਨਾ ਕੁ ਹੈ। ਤਾਂ ਉਸ ਵੇਲੇ ਬੇਨਤੀ ਕੀਤੀ ਕਿ ਮਹਾਰਾਜ ਇਹ ਤਾਂ ਸਭ ਕੁਝ ਆਪ ਜੀ ਦੇ ਹੱਥ ਵਿੱਚ ਹੈ, ਆਪ ਜਾਓ। ਤੇ ਮਹਾਰਾਜ ਸੂਰਮਿਆਂ ਨੂੰ ਕੈਰ ਵੀ ਬਣਾ ਦਿੰਦੇ, ਉੱਤੇ ਕੈਰਾਂ ਤੋਂ ਮਹਾਰਾਜ ਜੰਗ ਵੀ ਕਰਵਾ ਦਿੰਦੇ, ਕੈਰਾਂ ਨੂੰ ਬਹਾਦਰ ਵੀ ਬਣਾ ਦਿੰਦੇ। ਤੇ ਮਹਾਰਾਜ ਸਾਹਿਬ ਨੇ ਆਖਿਆ ਭਲਾ ਕਪੂਰੇ, ਭਲਾ ਕਪੂਰੇ। ਬੋਲੇ ਪਾਤਸ਼ਾਹ ਗੁਰਪੂਰੇ, ਇਹ ਚੰਗਾ ਹੈ, ਭਲਾ ਹੈ, ਜਿਹਦੇ ਨੇ ਭਾਵਨਾ ਨਾਲੇ ਬਚਤ ਹੈ। ਫਿਰ ਮਹਾਰਾਜ ਨੇ ਆਖਿਆ ਵੀ ਵਹਿਰ ਫੇਰ ਕਰਹਿ ਕਿਸ ਕੇਰਾ, ਵੀ ਤੂੰ ਵਿਚਰਦਾ ਹੈ ਨਾਲ ਸ਼ਸਤਰ ਲੈ ਕੇ, ਆਪਣੇ ਆਦਮੀ ਲੈ ਕੇ, ਤੇ ਸ਼ਿਕਾਰ ਕਾਹਦਾ ਕਰਦਾ ਹੈ, ਕਿਹੜੇ ਤਰਫ ਨੂੰ ਜਾਣਾ ਹੈ, ਕਿੱਧਰ ਬਹੁਤਾ ਵਿਚਰਦਾ ਹੈ, ਕਿਹੜੇ ਪਾਸੇ ਸ਼ਿਕਾਰ ਕਰਦਾ ਹੈ, ਕਿਵੇਂ ਸ਼ਿਕਾਰ ਕਰਦਾ ਹੈ। ਇਹਨੇ ਕਿਵੇਂ ਬੇਨਤੀ ਕਰਕੇ ਦੱਸਿਆ, ਉਹ ਅੱਗੇ ਇਥੋਂ ਪ੍ਰਸੰਗ ਆਰੰਭ ਹੋ ਰਿਹਾ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਦਿਆਂ ਹੋਇਆਂ ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ। ਉਚਾਰਨ ਕਰੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜਦੋਂ ਮਹਾਰਾਜ ਨੇ ਪੁੱਛਿਆ ਨਾ ਕਿ ਕਪੂਰਿਆ ਕਿਵੇਂ ਸ਼ਿਕਾਰ ਕਰਦਾ ਹੈ, ਤੇ ਕਪੂਰਾ ਚੌਧਰੀ ਕਹਿੰਦਾ ਹੈ, ਮਹਾਰਾਜ ਮੈਂ ਬਹੁਤੇ ਕੂਕਰ ਰੱਖੇ ਹੋਏ। ਕੂਕਰ ਵੀ ਕੁੱਤੇ, ਮਹਾਰਾਜ ਬਹੁਤੇ ਕੂਕਰ ਰੱਖੇ ਹੋਏ ਆ ਤੇ ਮੈਂ ਬਾਜ ਵੀ ਰੱਖੇ ਹੋਏ ਹਨ। ਮਹਾਰਾਜ ਮੈਂ ਸ਼ਿਕਾਰ
ਖੇਡਣ ਦਾ ਸਾਰਾ ਸਾਜੋ ਸਮਾਨ ਰੱਖਦਾ ਹਾਂ। ਜੋ ਸ਼ਿਕਾਰੀਆਂ ਕੋਲੇ ਹੁੰਦਾ ਕਿ ਉਹ ਮੇਰੇ ਕੋਲੇ ਸਾਰਾ ਹੀ ਸਾਜੋ ਸਮਾਨ, ਕਿ ਸ਼ਿਕਾਰੀ ਕੁੱਕਰ ਵੀ ਹੈ, ਸ਼ਿਕਾਰੀ ਕੁੱਤੇ ਹੀ ਹੈ, ਕਿਉਂਕਿ ਸ਼ਿਕਾਰ ਖੇਡਣ ਵਾਲੇ ਕੁੱਤੇ ਹੋਰ ਹੁੰਦੇ ਆ, ਦੂਜੇ ਹੋਰ ਹੁੰਦੇ ਆ। ਸ਼ਿਕਾਰੀ ਜਿਹੜੇ ਕੁੱਕਰ ਵਾ ਉਹ ਹੋਰ ਹੁੰਦੇ, ਪਤਲੇ ਜਿਹੇ ਇਲਾਕਾ, ਉਹ ਜ਼ਿਆਦਾ ਭੱਜਦੇ, ਦੂਜਿਆਂ ਤੋਂ ਨਹੀਂ ਸ਼ਿਕਾਰ ਕਰ ਪਾਉਂਦਾ। ਕਹਿੰਦਾ ਜੀ ਮਹਾਰਾਜ ਮੇਰੇ ਕੋਲੇ ਸ਼ਿਕਾਰੀ ਕੁੱਕਰ ਵੀ ਆ ਤੇ ਬਾਜ ਵੀ ਮੈਂ ਰੱਖੇ ਹੋਏ ਤੇ ਹੋਰ ਵੀ ਸਾਰਾ ਸ਼ਿਕਾਰ ਖੇਡਣ ਵਾਲਾ ਸਾਜੋ ਸਮਾਨ ਰੱਖਿਆ ਹੋਇਆ ਹੈ। ਇਹ ਸਾਰੇ ਸ਼ਿਕਾਰੀ ਪੰਛੀ ਆ ਜਿਹੜੇ ਸ਼ਿਕਾਰ ਕਰਦੇ। ਜੀ ਮੇਰੇ ਕੋਲੇ ਸ਼ਿਕਰੇ ਵੀ ਬਹੁਤੇ ਹਨ, ਮੇਰੇ ਕੋਲੇ ਜੁਰਰੇ ਵੀ ਬਹੁਤੇ ਹਨ। ਜਿਵੇਂ ਬਾਜ ਹੁੰਦਾ ਹੈ ਸਾਧ ਸੰਗਤ ਜੀ, ਇਸੇ ਤਰ੍ਹਾਂ ਬਾਜ ਦੀ ਕਿਸਮ ਦੇ ਸ਼ਿਕਾਰੀ ਪੰਛੀ ਆ, ਉਹਨਾਂ ਦਾ ਥੋੜਾ ਥੋੜਾ ਫਰਕ ਹੁੰਦਾ। ਕਿਸੇ ਨੂੰ ਸ਼ਿਕਰਾ ਕਿਹਾ ਜਾਂਦਾ, ਕਿਸੇ ਨੂੰ ਜੁਰਰਾ ਕਿਹਾ ਜਾਂਦਾ ਹੈ, ਕਿਸੇ ਨੂੰ ਬਾਜ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਹੋਰ ਵੀ ਸ਼ਿਕਾਰੀ ਪੰਛੀ ਹਨ। ਔਰ ਉਹ ਕੱਲੇ ਕੱਲੇ ਦੀ ਜਿਹੜੀ ਤਸਵੀਰ ਹੈ ਨਾ, ਉਹ ਮਹਾਨ ਕੋਸ਼ ਗ੍ਰੰਥ ਦੇ ਵਿੱਚ ਭਾਈ ਕਾਹਨ ਸਿੰਘ ਨਾਭਾ ਨੇ ਦਿੱਤੀ ਹੋਈ ਹੈ। ਕੱਲੇ ਕੱਲੇ ਦਾ ਨਾਮ ਦਿੱਤਾ ਹੋਇਆ ਹੈ ਕਿ ਸ਼ਿਕਰਾ ਇਸ ਤਰ੍ਹਾਂ ਦਾ ਹੁੰਦਾ ਹੈ, ਜੁਰਰਾ ਇਸ ਤਰ੍ਹਾਂ ਦਾ ਹੁੰਦਾ ਹੈ, ਬਾਜ ਇਸ ਤਰ੍ਹਾਂ ਦਾ ਹੁੰਦਾ ਹੈ, ਚਰਗ ਇਸ ਤਰ੍ਹਾਂ ਦੀ ਹੁੰਦੀ ਹੈ, ਕੁਹੀ ਇਸ ਤਰ੍ਹਾਂ ਦੀ ਹੁੰਦੀ ਹੈ। ਤਾਂ ਇਹ ਸਾਰੇ ਸ਼ਿਕਾਰੀ ਪੰਛੀ ਆ ਜਿਹੜੇ ਦੂਜੇ ਪੰਛੀਆਂ ਦੇ ਉੱਤੇ ਜਾ ਕੇ ਝਪਟ ਮਾਰਦੇ ਤੇ ਦੂਜੇ ਪੰਛੀਆਂ ਦਾ ਸ਼ਿਕਾਰ ਕਰਦੇ। ਕਪੂਰੇ ਚੌਧਰੀ ਨੇ ਆਖਿਆ ਜੀ ਮੇਰੇ ਕੋਲੇ ਸ਼ਿਕਾਰੀ ਪੰਛੀ ਵੀ ਰੱਖੇ ਹੋਏ ਆ, ਬਾਜ ਰੱਖੇ ਹੋਏ ਆ, ਤੇ ਇਸੇ ਤਰ੍ਹਾਂ ਸ਼ਿਕਰੇ ਤੇ ਜੁਰਰੇ ਆਦਿਕ ਬਹੁਤੇ ਹਨ। ਮਹਾਰਾਜ ਮੈਂ ਬਹੁਤ ਦੂਰੋਂ ਬਹੁਤਾ ਧਨ ਦੇ ਕਰਕੇ ਸ਼ਿਕਾਰੀ ਪੰਛੀ ਮੰਗਵਾਏ ਹੋਏ, ਕਿਉਂਕਿ ਹਰ ਇੱਕ ਥਾਂ ਤੋਂ ਤਾਂ ਐਸੇ ਮਿਲਦੇ ਨਹੀਂ। ਜਿਹੜੇ ਲੋਕ ਐਸਾ ਸ਼ੌਂਕ ਪਾਲਦੇ ਆ ਬਾਜ ਆਦਿਕ ਰੱਖਣ ਦਾ, ਸ਼ਿਕਰੇ ਜੁਰਰੇ ਰੱਖਣ ਦਾ, ਉਹ ਕਈ ਵਾਰੀ ਵਿਦੇਸ਼ਾਂ ਦੇ ਵਿੱਚੋਂ ਵੀ ਮੰਗਵਾਉਂਦੇ ਹਨ ਐਸੇ ਪੰਛੀ। ਤਾਂ ਉਸ ਨੇ ਆਖਿਆ ਜੀ ਮੈਂ ਇਹ ਸਾਰੇ ਕੂਕਰ ਆਦਿਕ ਬਾਜ ਸ਼ਿਕਰੇ ਜੁਰਰੇ ਬਹੁਤਾ ਧਨ ਦੇ ਕਰਕੇ ਮੈਂ ਮੰਗਵਾਏ ਹਨ। ਮਹਾਰਾਜ ਬੜਾ ਸ਼ਿਕਾਰ ਮੈਂ ਕਰਦਾ ਇਹਨਾਂ ਦੇ ਨਾਲ। ਇਹ ਵੱਡੇ ਵੱਡੇ ਪੰਛੀਆਂ ਨੂੰ ਜਾਣ ਨਹੀਂ ਦਿੰਦੇ। ਜਿੱਧਰ ਮੈਂ ਛੱਡ ਦੇਣਾ ਨਾ ਉਸੇ ਵੇਲੇ ਮਹਾਰਾਜ ਇਹ ਉੱਡ ਕੇ ਪੈ ਜਾਂਦੇ ਤੇ ਸ਼ਿਕਾਰ ਕਰ ਲੈਂਦੇ ਹਨ। ਤੇ ਬਲ ਕਰਕੇ ਇਹ ਝਪਟ ਮਾਰਦੇ ਆ ਤੇ ਝਪਟ ਮਾਰ ਕੇ ਪੰਛੀ ਨੂੰ ਫੜ ਲੈਂਦੇ ਹਨ। ਇਸ ਤੋਂ ਬਾਅਦ ਸਤਿਗੁਰੂ ਜੀ ਨੇ ਇਹ ਸੰਸਾਰੀ ਗੱਲਾਂ ਬਾਤਾਂ ਵੀ ਕੁਝ ਹੋਰ ਕੀਤੀਆਂ। ਸੋਢੀ ਕੁਲ ਦੇ ਸਿਰ ਮੌਰ ਸ਼੍ਰੋਮਣੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਪੂਰੇ ਚੌਧਰੀ ਦੇ ਨਾਲ ਇਹ ਸ਼ਿਕਾਰ ਦੀਆਂ ਆਦਿਕ ਹੋਰ ਬਚਨ ਵਿਲਾਸ ਕਰਦੇ ਭਏ। ਫਿਰ ਕਪੂਰਾ ਚੌਧਰੀ ਇਹ ਬੈਰਾੜ ਸਰਦਾਰ ਗੁਰੂ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਆਪਣੇ ਘਰ ਨੂੰ ਚਲੇ ਗਿਆ। ਤੇ ਸਤਿਗੁਰੂ ਸਾਹਿਬ ਜੀ ਨੇ ਇਹਦਾ ਕਿਲਾ ਵੇਖਿਆ। ਇਹ ਕਪੂਰੇ ਚੌਧਰੀ ਦਾ ਕਿਲਾ ਬੜਾ ਵਧੀਆ, ਤੇ ਉਹ ਕਿਲੇ ਵੱਲੇ ਵੇਖ ਕੇ ਵਿਚਾਰ ਕੀਤੀ ਕਿ ਜੇ ਇਹ ਕਪੂਰਾ ਸਾਨੂੰ ਆਪਣਾ ਕੋਟ ਦੇ ਦੇਵੇ, ਕੋਟ ਕਹਿੰਦੇ ਕਿਲੇ ਨੂੰ, ਕਿ ਜੇ ਕਪੂਰਾ ਚੌਧਰੀ ਆਪਣਾ ਕਿਲਾ ਸਾਨੂੰ ਦੇ ਦੇਵੇ ਤੇ ਇਸ ਕਿਲੇ ਦੀ ਓਟ ਲੈ ਕਰਕੇ ਤੇ ਲੱਖਾਂ ਤੁਰਕਾਂ ਨੂੰ ਜਿਹੜੇ ਜ਼ਾਲਮ ਤੁਰਕ ਸਾਡੇ ਤੇ ਚੜ ਕੇ ਆਉਣੇ ਨਾ ਪਿੱਛੋਂ, ਉਹਨਾਂ ਨੂੰ ਅਸੀਂ ਫਿਰ ਮਾਰ ਦਈਏ, ਖਤਮ ਕਰ ਦਈਏ ਇਸ ਕਿਲੇ ਦੇ ਵਿੱਚ। ਇਸ ਕਿਲੇ ਦਾ ਓਟ ਆਸਰਾ ਲੈ ਕੇ ਸਤਿਗੁਰੂ ਜੀ ਇਸ ਤਰ੍ਹਾਂ ਚਿਤਵਦੇ ਰਹੇ, ਵਿਚਾਰ ਕਰਦੇ ਰਹੇ ਕਿ ਇਹ ਕਿਲਾ ਕਪੂਰੇ ਤੋਂ ਮੰਗ ਲੈਂਦੇ ਆ, ਤੇ ਜੇ ਕਪੂਰਾ ਚੌਧਰੀ ਸਾਨੂੰ ਕਿਲਾ ਦੇ ਦੇਵੇ ਤੇ ਕਿਲੇ ਦੇ ਵਿੱਚ ਕਰਕੇ ਨਾ ਮੋਰਚਾ ਬੰਦੀ, ਤੇ ਫਿਰ ਜਿਹੜੇ ਤੁਰਕਾਂ ਨੇ ਚੜ੍ਹ ਕੇ ਆਉਣਾ ਉਹਨਾਂ ਨੂੰ ਇੱਕ ਨਾ ਇੱਥੇ ਖਤਮ ਕਰਾਂਗੇ, ਜੰਗ ਯੁੱਧ ਕਰਕੇ। ਰਾਤ ਬੀਤ ਗਈ, ਇਸ ਤਰ੍ਹਾਂ ਵਿਚਾਰ ਕਰਦੇ ਹਾਂ। ਤੇ ਅੰਮ੍ਰਿਤ ਵੇਲਾ ਹੋਇਆ, ਸਤਿਗੁਰੂ ਜੀ ਨੇ ਦਾਤਨਾਦ ਕੀਤੀ ਹੈ, ਸਰੀਰਕ ਕਿਰਿਆ ਸੋਧੀ ਹੈ ਤੇ ਇਸ਼ਨਾਨ ਕੀਤਾ ਹੈ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ
ਗੁਰੂ ਕੇ ਖਾਲਸੇ ਦਾ ਦੀਵਾਨ ਲੱਗ ਗਿਆ, ਦੀਵਾਨ ਸਜ ਗਿਆ ਹੈ ਅੰਮ੍ਰਿਤ ਵੇਲੇ ਦਾ। ਤੇ ਗੁਰੂ ਦਾ ਦੀਵਾਨ ਸ਼ਸਤਰਾਂ ਤੇ ਬਸ਼ਤਰਾਂ ਦੇ ਨਾਲ ਬਹੁਤਾ ਹੀ ਸੋਭਦਾ। ਖਾਲਸੇ ਦਾ ਦੀਵਾਨ ਲੱਗਿਆ ਹੈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਹਜ਼ੂਰੀ ਦੇ ਅੰਦਰ। ਤੇ ਗੁਰੂ ਕੇ ਖਾਲਸੇ ਨੇ, ਗੁਰੂ ਕੇ ਸਿੰਘਾਂ ਨੇ ਸ਼ਸਤਰ ਵੀ ਬੜੇ ਸੋਹਣੇ ਪਹਿਨੇ ਹੋਏ ਆ ਤੇ ਬਸਤਰ ਵੀ ਬੜੇ ਸੋਹਣੇ ਪਹਿਨੇ ਹੋਏ ਆ। ਸ਼ਸਤਰਾਂ ਬਸਤਰਾਂ ਦੇ ਨਾਲ ਮਹਾਰਾਜ ਦਾ ਦੀਵਾਨ ਸ਼ੋਭਾ ਪਾਉਂਦਾ ਹੈ। ਨਰ ਨਾਰੀ ਗਮ ਲਗੇ। ਇਲਾਕੇ ਸਾਰੇ ਦੇ ਵਿੱਚ ਇਹ ਖਬਰ ਫੈਲੀ ਹੋਈ ਸੀ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੁਣ ਮਾਲਵੇ ਵਿੱਚ ਵਿਚਰ ਰਹੇ। ਜਦੋਂ ਕੋਟਕਪੂਰੇ ਪਹੁੰਚੇ ਅਤੇ ਉਸ ਵੇਲੇ ਵੀ ਲਾਗੇ ਲਾਗੇ ਦੇ ਪਿੰਡਾਂ ਦੇ ਵਿੱਚ ਇਹ ਖਬਰ ਫੈਲ ਗਈ ਤੇ ਜਿੰਨੇ ਨਗਰ ਸੀ ਨਾ ਲਾਗੇ ਲਾਗੇ ਦੇ, ਉਹ ਸਾਰੇ ਨਗਰਾਂ ਦੀ ਸੰਗਤ ਆਉਣ ਲੱਗ ਪਈ ਕੋਟਕਪੂਰੇ। ਸਭ ਮਾਈ ਭਾਈ ਇਕੱਠੇ ਹੋ ਕਰਕੇ ਗ੍ਰਾਮਣ ਕਹੀਏ ਪਿੰਡਾਂ ਦੇ ਜਿੰਨੇ ਹਨ ਸਮੂਹ ਦੌੜ ਦੌੜ ਕੇ ਆਏ। ਮਾਈ ਭਾਈ ਨਰ ਨਾਰੀ ਬਹੁਤੇ, ਤੇ ਉਹਨਾਂ ਨੇ ਆ ਕਰਕੇ ਗੁਰੂ ਜੀ ਦੇ ਦਰਸ਼ਨ ਕੀਤੇ। ਤੇ ਸੰਗਤਾਂ ਕੋਈ ਚੌਲ ਲੈ ਕੇ ਆ ਰਹੀਆਂ, ਕੋਈ ਆਟਾ ਲੈ ਕਰਕੇ ਆ ਰਹੀਆਂ, ਕੋਈ ਘਿਓ ਲੈ ਕੇ ਆ ਰਹੀਆਂ, ਆਦਿਕ ਹੋਰ ਵੀ ਵਸਤੂਆਂ ਲੈ ਕੇ ਆ ਰਹੀਆਂ ਸੰਗਤਾਂ। ਤੇ ਗੁਰੂ ਕੇ ਲੰਗਰ ਦੇ ਵਿੱਚ ਲਿਆ ਕੇ ਦਹੀਂ ਵੀ ਭੇਟ ਕਰਦੀਆਂ ਤੇ ਦੁੱਧ ਵੀ ਲਿਆ ਕੇ ਪਾਉਂਦੀਆਂ, ਦੁੱਧ ਵੀ ਭੇਟ ਕਰਦੀਆਂ ਸੰਗਤਾਂ। ਬਹੁਤਾ ਦਹੀਂ ਆ ਰਿਹਾ ਹੈ ਤੇ ਬਹੁਤੇ ਦੁੱਧ ਆ ਰਹੇ ਹਨ, ਸੰਗਤਾਂ ਲੈ ਕੇ ਆ ਰਹੀਆਂ। ਚੌਲ, ਆਟਾ, ਘਿਓ ਆਦਿ ਸਭ ਵਸਤੂਆਂ ਬਹੁਤ ਹੀ ਭਾਵਨਾ ਦੇ ਨਾਲ, ਪ੍ਰੇਮ ਨਾਲ ਗੁਰੂ ਦਾ ਦਰਸ਼ਨ ਕਰਦੀਆਂ ਤੇ ਲੰਗਰ ਵਿੱਚ ਲਿਆ ਕੇ ਵਸਤੂਆਂ ਭੇਟ ਕਰਦੀਆਂ ਗੁਰੂ ਦੀਆਂ ਸੰਗਤਾਂ। ਹਿਰਦੇ ਵਿੱਚ ਖੁਸ਼ੀ ਧਾਰਨ ਕਰਕੇ ਮਹਾਰਾਜ ਦੇ ਚਰਨਾਂ ਕਮਲਾਂ ਦੇ ਉੱਤੇ ਬੰਦਨਾ ਕਰਦੀਆਂ। ਇਸ ਤਰ੍ਹਾਂ ਸਤਿਗੁਰੂ ਜੀ ਨੇ ਇੱਕ ਰਾਤ ਤੇ ਇੱਕ ਦਿਨ ਜਦੋਂ ਇੱਥੇ ਬਤੀਤ ਕੀਤਾ, ਇੱਥੇ ਸੰਗਤਾਂ ਦਰਸ਼ਨ ਕਰ ਰਹੀਆਂ ਕੋਟਕਪੂਰੇ। ਇੱਕ ਰਾਤ ਲੰਘੀ ਹੈ ਤੇ ਇੱਕ ਦਿਨ ਬੀਤਿਆ ਹੈ। ਸੰਗਤਾਂ ਮਾਈ ਭਾਈ ਕਲਗੀਧਰ ਪਾਤਸ਼ਾਹ ਜੀ ਦੇ ਦਰਸ਼ਨ ਕਰ ਰਹੇ ਹਨ। ਫਿਰ ਅਗਲਾ ਦਿਨ ਹੋਇਆ ਤੇ ਕਪੂਰਾ ਚੌਧਰੀ ਚੱਲ ਕੇ ਆਇਆ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ। ਤਾਂ ਬਹੁਤਾ ਵੱਡਾ ਇਹਨੇ ਬਸਤਰ ਜਿਹੜਾ ਆਪਣੇ ਗਲ ਵਿੱਚ ਪਹਿਨਿਆ ਹੋਇਆ ਸੀ, ਖੁੱਲਾ ਡੁੱਲਾ ਜਿਹਾ, ਖੁੱਲਾ ਡੁੱਲਾ ਜਿਹਾ ਚੋਲਾ ਇਹਨੇ ਪਹਿਨਿਆ ਹੋਇਆ ਸੀ ਉਸ ਵੇਲੇ। ਤੇ ਉਹ ਨਗਰ ਦਾ ਫਿਰ ਚੌਧਰੀ ਸੀ ਨਾ, ਸਰਦਾਰ ਸੀ, ਤੇ ਫਿਰ ਸਰਦਾਰ ਦੀ ਚਾਲ ਵੀ ਵੱਖਰੀ ਹੋਣੀ ਨਾ। ਤੇ ਚਾਲ ਸ਼ੀਕਰ ਤੇ ਬੜੀ ਸ਼ੀਕਰ ਕਾਲੀ ਦੇ ਨਾਲ ਹੈ ਤੁਰਿਆ ਆਉਂਦਾ ਮਹਾਰਾਜ ਦੇ ਦਰਬਾਰ। ਬਾਹਾਂ ਮਾਰਦਾ, ਪਾਸੇ ਮਾਰਦਾ, ਮੋਢੇ ਮਾਰਦਾ, ਐ ਪੂਰਾ ਬਾਹਾਂ ਹਿਲਾ ਹਿਲਾ ਕੇ ਤੁਰਦਾ, ਕਿਉਂਕਿ ਚਾਲ ਹੀ ਵੱਖਰੀ ਹੋ ਜਾਂਦੀ ਹੈ। ਚੌਧਰੀ ਪੁਣੇ ਦਾ ਮਾਣ ਹੀ ਵੱਖਰਾ ਹੁੰਦਾ। ਚਾਲ ਸ਼ੀਕਰ ਤੇ ਬੜੀ ਛੇਤੀ ਛੇਤੀ ਚਾਲ ਦੇ ਨਾਲ ਜਦੋਂ ਕਾਲੀ ਕਾਲੀ ਤੁਰਦਾ ਨਾ ਕਿ ਤੂੰ ਸਹਿਜੇ ਆ ਜਾ, ਪਰ ਚਾਲ ਉਹਦੇ ਕਾਲੀ ਕਾਲੀ ਤੁਰਦਾ ਹੈ। ਤੇ ਵੱਡਾ ਸਾਰਾ ਖੁੱਲਾ ਜਿਹਾ ਚੋਲਾ ਪਾਇਆ ਸੀ, ਬਹੁਤ ਬਿਸਤਰੇ, ਉਹ ਬੜਾ ਫੈਲਿਆ ਹੋਇਆ, ਕਾਲੀ ਤੁਰਨ ਦੇ ਨਾਲ ਬੜਾ ਖਿਲਰਿਆ ਹੋਇਆ ਹੈ। ਆਪਣੇ ਚੋਲੇ ਨੂੰ, ਆਪਣੇ ਬਸਤਰ ਨੂੰ ਹੱਥਾਂ ਦੇ ਨਾਲ ਸੰਭਾਲਦਾ ਨਹੀਂ ਹੈ, ਉਹ ਉੱਡੀ ਜਾਂਦਾ ਹੈ ਤੇ ਥੱਲੇ ਲੱਗਦਾ ਹੈ। ਚੱਲਦਾ ਹੋਇਆ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਚਾਦਰ ਬੰਨੀ ਹੋਣੀ ਹੈ ਇਹਨੇ ਕਪੂਰੇ ਨੇ, ਕਿਉਂਕਿ ਫਿਰ ਉਹ ਖੇਡ ਆਉਂਦੀ ਹੋਗੀ ਨਾ ਥੱਲੇ ਲੱਗਦੇ। ਜੇ ਇਹ ਚੋਲਾ ਵੀ ਕਹੀਏ ਤੇ ਇਹ ਚੋਲਾ ਤਾਂ ਥੱਲੇ ਲੱਗਦਾ ਹੀ ਨਹੀਂ ਜਿੰਨਾ ਮਰਜ਼ੀ ਖੁੱਲਾ ਹੋਵੇ। ਇਸ ਕਰਕੇ ਚਾਦਰ ਹੀ ਛੱਡੀ ਹੋਣੀ ਆ, ਧੂਣੀ ਉਹਨੇ। ਤਾਂ ਇਸ ਕਰਕੇ ਇੱਥੇ ਤਾਂ ਬਸਤਰ ਹੀ ਆਖਿਆ, ਜਾਮਾ ਹੀ ਆਖਿਆ ਹੈ ਕਿ ਜਿਹੜਾ ਬਸਤਰ ਉਹਨੇ ਪਹਿਨਿਆ। ਤਾਂ ਜਦੋਂ ਕਾਲੀ ਕਾਲੀ ਚੱਲ ਕੇ ਆ ਰਿਹਾ ਸੀ ਨਾ, ਚਲਤ ਉਡਾਵਤ ਰਜ ਮਗ ਮਾਹੀ, ਜਦੋਂ ਰਸਤੇ ਤੇ ਆ ਰਿਹਾ ਸੀ ਤੇ ਉਹਦੇ ਬਸਤਰ ਥੱਲੇ ਜ਼ਮੀਨ ਤੇ ਕਹਿੰਦਾ ਆਉਂਦਾ ਸੀ ਤੇ ਧੂੜ ਉੱਡਦੀ ਸੀ ਉਹਦੇ ਨਾਲ, ਘੱਟਾ ਉੱਡਦਾ ਸੀ ਉਸ ਮੌਕੇ ਤੇ। ਤੇ ਪਿੱਛੋਂ ਜਿਵੇਂ ਚੱਲਦਾ ਚੱਲਦਾ ਆਇਆ
ਤੇ ਧੂੜ ਉਡਾਉਂਦਾ ਹੋਇਆ, ਕਾਲੀ ਕਾਲੀ ਬਾਹਾਂ ਮਾਰਦਾ ਹੋਇਆ ਆਪਣੇ ਮਾਣ ਵਿੱਚ ਵੀ ਮੈਂ ਇਲਾਕੇ ਦਾ ਸਰਦਾਰ ਹਾਂ, ਮੈਂ ਇਲਾਕੇ ਦਾ ਚੌਧਰੀ ਹਾਂ। ਇਸ ਕਰਕੇ ਜਦੋਂ ਪਿੱਛੋਂ ਆਇਆ ਤੇ ਅੱਗੇ ਮਹਾਰਾਜ ਦੇ ਦਰਬਾਰ ਵਿੱਚ ਵੀ ਉਸੇ ਤਰ੍ਹਾਂ ਬਾਹਾਂ ਫੈਲਾ ਫੈਲਾ ਕੇ ਛਾਤੀ ਚੌੜੀ ਕਰਕੇ ਆਇਆ। ਚਹਤੇ ਆਪਣਿਓ ਸਬਦ ਦਿਖਾਇਓ। ਭਾਈ ਸੰਤੋਖ ਸਿੰਘ ਜੀ ਕਹਿੰਦੇ ਉਹ ਤਾਂ ਕਾਲੀ ਕਾਲੀ ਆਉਂਦਾ ਆ ਤੇ ਇਸ ਤਰ੍ਹਾਂ ਪਾਸੇ ਜੇ ਮਾਰਦਾ ਆਉਂਦਾ, ਬਾਹਾਂ ਜੀਆਂ ਫੈਲਾ ਕੇ ਆਪਣ ਪਾਓ ਆਪਣਾ ਆਪ ਸਾਰਿਆਂ ਨੂੰ ਵਿਖਾਉਣਾ ਚਾਹੁੰਦਾ। ਉਂਝ ਅਸਲ ਵਿੱਚ ਜਿਹੜੇ ਬਸਤਰ ਵਾ ਕੱਪੜੇ ਆ ਹੁੰਦੇ ਤੇ ਤਨ ਢੱਕਣ ਵਾਸਤੇ ਆ ਨਾ, ਪਰ ਤਨ ਢੱਕਣ ਵਾਸਤੇ ਤੇ ਕੋਈ ਵਿਰਲਾ ਹੀ ਪਾਉਂਦਾ ਹੈ, ਨਹੀਂ ਤੇ ਕੱਪੜੇ ਤੇ ਅੱਜ ਕੱਲ੍ਹ ਦੂਜੇ ਨੂੰ ਵਿਖਾਉਣ ਵਾਸਤੇ ਹੀ ਪਾਏ ਜਾਂਦੇ ਕਿ ਜਿਹੜੇ ਮੈਂ ਕੱਪੜੇ ਪਾਵਾਂ ਦੂਜਾ ਵੇਖੇ। ਤੇ ਸਮੇਂ ਸਮੇਂ ਦੇ ਨਾਲ ਸੰਸਾਰ ਦੇ ਵਿੱਚ ਅੱਜ ਬਹੁਤ ਕੁਝ ਬਦਲਦਾ ਹੋਣਾ, ਉਹਨੂੰ ਹੋਰ ਹੀ ਕੁਝ ਕਹਿੰਦੇ ਆ, ਰੀਤੀ ਰਿਵਾਜ ਜਿਹਾ, ਫੈਸ਼ਨ ਫੂਸ਼ਨ ਜਿਹਾ, ਉਹ ਸੰਸਾਰ ਨੂੰ ਵਿਖਾਉਣ ਵਾਸਤੇ ਹੀ ਪਾਏ ਜਾਂਦੇ ਆ, ਤਨ ਨੂੰ ਢੱਕਣ ਵਾਸਤੇ ਨਹੀਂ ਪਾਏ ਜਾਂਦੇ। ਇਸੇ ਤਰ੍ਹਾਂ ਹੀ ਆਪਣਾ ਆਪ ਚੌਧਰੀ ਕਪੂਰਾ ਕੋਟਕਪੂਰੇ ਵਾਲਾ ਉਹ ਵਿਖਾਉਣਾ ਚਾਹੁੰਦਾ ਵੀ ਇੱਕ ਨਾ ਗੁਰੂ ਕੇ ਖਾਲਸੇ ਨੂੰ ਪਤਾ ਲੱਗ ਜਾਵੇ ਕਿ ਚੌਧਰੀ ਆਇਆ ਹੈ। ਮੈਂ ਲਾਗਰ ਸਿੰਘ ਕਿਸ ਕੋ ਦੇਖ। ਇਹ ਧੰਨ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਬੜੇ ਪਿਆਰ ਵਾਲੇ ਸਿੰਘ ਭਾਈ ਮਹਿਲਾਦਰ ਸਿੰਘ ਨੇ ਜਦੋਂ ਵੇਖਿਆ। ਇਹ ਭਾਈ ਮਹਿਲਾਦਰ ਸਿੰਘ ਉਹ ਆ ਜੋ ਪਿਛਲੇ ਨਗਰ ਦੇ ਵਿੱਚ ਸੰਗਤ ਨੇ ਆਖਿਆ ਸੀ ਮਹਾਰਾਜ ਸਾਡੇ ਘਰਾਂ ਵਿੱਚ ਆਪਣੇ ਸਿੰਘ ਭੇਜੋ ਤੇ ਪ੍ਰਸ਼ਾਦਾ ਛਕਾਉਣ ਦੀ ਸੇਵਾ ਕਰਨੀ ਹੈ। ਤੇ ਭਾਈ ਮਹਿਲਾਦਰ ਸਿੰਘ ਨੂੰ ਇੱਕ ਗਰੀਬ ਸਿੱਖ ਲੈ ਕੇ ਗਿਆ ਸੀ। ਆਪਾਂ ਪਿਛਲੇ ਦੀਵਾਨ 'ਚ ਸਾਖੀ ਸਰਵਣ ਕੀਤੀ, ਜਿਸ ਦੇ ਘਰ ਦੇ ਵਿੱਚ ਕੁਝ ਨਹੀਂ ਸੀ ਛਕਾਉਣ ਵਾਸਤੇ, ਸਿਰਫ ਸੁੱਕੇ ਹੋਏ ਪੀਲੂ ਸੀ ਤੇ ਉਹ ਵੀ ਪਾਣੀ ਨਾਲ ਭਿਉਂ ਕੇ ਭਾਈ ਮਹਿਲਾਦਰ ਸਿੰਘ ਨੂੰ ਛਕਾਏ ਸੀ ਤੇ ਛਕ ਕੇ ਤੇ ਪਾਣੀ ਦਾ ਛੰਨਾ ਪੀ ਕੇ ਤੇ ਅਰਦਾਸਾ ਸੋਧ ਦਿੱਤਾ ਸੀ ਕਿ ਮਹਾਰਾਜ ਸਾਹਿਬ ਆਪ ਜੀ ਦੇ ਸਿੱਖ ਨੇ ਸੇਵਾ ਕੀਤੀ ਹੈ ਤੇ ਬਰਕਤਾਂ ਪਾਏ ਦੇ ਘਰ ਵਿੱਚ। ਤੇ ਜਦੋਂ ਮਹਾਰਾਜ ਸਾਹਿਬ ਨੇ ਸਾਰਿਆਂ ਨੂੰ ਪੁੱਛਿਆ ਸੀ ਤੇ ਇਹਨੇ ਆਖਿਆ ਸੀ ਮਹਾਰਾਜ ਜੋ ਮੈਂ ਛਕਿਆ ਅੱਜ ਤੱਕ ਜ਼ਿੰਦਗੀ 'ਚ ਛਕਿਆ ਹੀ ਨਹੀਂਗਾ ਜਿੰਨਾ ਮੈਨੂੰ ਸਵਾਦ ਆਇਆ। ਫਿਰ ਮਹਾਰਾਜ ਸਾਹਿਬ ਨੇ ਉਸ ਸਿੱਖ ਨੂੰ ਪੁੱਛਿਆ, ਉਹਨੇ ਕਿਹਾ ਮਹਾਰਾਜ ਮੈਂ ਤਾਂ ਛਕਾਇਆ ਹੀ ਕੁਝ ਨਹੀਂ, ਸੁੱਕੇ ਪੀਲੂ ਪਾਣੀ 'ਚ ਭਿਉਂ ਕੇ ਦਿੱਤੇ ਆ ਸਿੱਖ ਨੇ ਤੇ ਮੇਰਾ ਪਰਦਾ ਕੱਜਿਆ। ਤੇ ਮਹਾਰਾਜ ਨੇ ਆਖਿਆ ਵੀ ਮਹਿਲਾਦਰ ਸਿੰਘਾ ਤੂੰ ਮੇਰੇ ਸਿੱਖ ਦਾ ਪਰਦਾ ਕੱਜਿਆ ਤੇ ਤੇਰਾ ਗੁਰੂ ਪਰਦਾ ਕੱਜੇਗਾ ਦੋਈ ਜਹਾਨ। ਤੇ ਗਰੀਬ ਨਵਾਜ ਸਾਹਿਬ ਨੇ ਆਖਿਆ ਐਸੇ ਸਿੱਖ ਵੀ ਪੰਥ ਵਿੱਚ ਹੋਣਗੇ ਸਦੀ ਦੇ ਸੰਤੋਖੀ ਖਾਏ। ਤੋ ਐਸੇ ਬਚਨ ਮਹਾਰਾਜ ਨੇ ਕੀਤੇ। ਭਾਈ ਮਹਿਲਾਦਰ ਸਿੰਘ ਉਹ ਸਿੰਘ ਆ ਗੁਰੂ ਕੇ ਪਿਆਰ ਵਾਲਾ। ਜਦੋਂ ਵੇਖਿਆ ਨਾ ਕਪੂਰੇ ਚੌਧਰੀ ਨੂੰ ਆਉਂਦਿਆਂ ਬਾਹਾਂ ਫੈਲਾ ਕੇ ਤੇ ਥੱਲੇ ਚਾਦਰ ਧੁੰਦੀ ਆਉਂਦੀ ਹੈ ਤਾਂ ਉਸ ਵੇਲੇ ਮਹਿਲਾਦਰ ਸਿੰਘ ਨੇ ਵੇਖ ਕੇ ਆਖਿਆ ਹੈ ਆਖਿਆ ਚੌਧਰੀ ਸਾਹਿਬ ਕਪੂਰਾ ਜੀ ਤੁਸੀਂ ਤੇ ਧੂੜੀ ਬੜੀ ਉਡਾਉਂਦੇ ਆਉਂਦੇ, ਬਹੁਤੀ ਜ਼ਿਆਦਾ ਘਟਾ ਉਡਾਉਂਦੇ ਆ ਰਹੇ ਸੀ। ਚੌਧਰ ਚਲੋ ਅਦਬ ਕੇ ਸਾਥ ਆ ਹੀ ਰਿਹਾ ਸੀ ਤੇ ਮਹਾਰਾਜ ਕੋਲੇ ਵੀ ਕਾਲੀ ਕਾਲੀ ਜਾ ਰਿਹਾ ਸੀ। ਸੰਗਤ ਵਿੱਚੋਂ ਉੱਠ ਕੇ ਭਾਈ ਮਹਿਲਾਦਰ ਸਿੰਘ ਨੇ ਬੇਨਤੀ ਕੀਤੀ ਕਿ ਚੌਧਰੀ ਸਾਹਿਬ ਅਦਬ ਦੇ ਨਾਲ ਜਾਣਾ ਚਾਹੀਦਾ, ਸੰਗਤ ਵਿੱਚ ਸਹਿਜੇ ਸਹਿਜੇ ਜਾਣਾ ਚਾਹੀਦਾ। ਇਸ ਤਰ੍ਹਾਂ ਬਾਹਾਂ ਫੈਲਾ ਕੇ ਤੇ ਘੱਟਾ ਉਡਾਉਂਦੇ ਤੇ ਕਾਲੀ ਕਾਲੀ ਨਹੀਂ ਜਾਣਾ ਚਾਹੀਦਾ ਹੈ। ਦੇਖੋ ਤੁਹਾਡੇ ਕਾਲੀ ਕਾਲੀ ਤੁਰਨ ਦੇ ਨਾਲ ਤੇ ਜੋ ਘੱਟਾ ਉੱਡ ਰਿਹਾ ਹੈ ਤੇ ਅੱਗੇ ਮਾਲਕ ਜੀ ਬੈਠੇ ਹੋਏ ਆ ਧੰਨ ਗੁਰੂ ਗੋਬਿੰਦ ਸਿੰਘ। ਇਸ ਕਰਕੇ ਸਹਿਜੇ ਜਾਓ, ਅਦਬ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਪਹੁੰਚੋ ਤੇ ਆਪਣੇ ਵਸਤਰਾਂ ਨੂੰ ਸੰਕੋਚ ਕੇ ਜਦ ਚੱਲੋ ਗੁਰੂ ਕੇ ਦਰਬਾਰ ਵਿੱਚ, ਆਪਣੇ ਵਸਤਰਾਂ ਨੂੰ ਖਿਲਾਰ ਕੇ ਨਾ ਜਾਓ। ਸਰਲ ਭਰਲ ਦਾ ਅਰਥ ਕੀਤਾ ਭਾਈ ਵੀਰ ਸਿੰਘ ਨੇ ਪਾਸੇ ਮਾਰ ਮਾਰ ਕੇ ਤੁਰਨਾ, ਕਿ ਪਾਸੇ ਮਾਰ ਮਾਰ ਕੇ ਨਾ ਤੁਰੋ। ਇਸ ਤਰ੍ਹਾਂ ਭਾਵ ਆ ਕਿ ਹੰਕਾਰ ਦੇ ਨਾਲ ਭਰੇ ਹੋਏ ਇਸ ਤਰ੍ਹਾਂ ਸਿੱਧੇ ਨਾ ਜਾਓ। ਤੁਸੀਂ ਪਾਸੇ ਮਾਰਦੇ ਹੋਏ ਕਿਵੇਂ ਜਾ ਰਹੇ ਹੋ? ਵੇਖੋ ਅੱਗੇ ਮਾਲਕ ਜੀ ਬੈਠੇ ਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਤੇ ਅਦਾਇਬ ਦੇ ਸਹਿਤ ਜਾਣਾ ਚਾਹੀਦਾ। ਅਦਬ ਦੇ ਨਾਲ ਗੁਰੂ ਜੀ ਦੇ ਦਰਸ਼ਨ ਵੇਖਣੇ ਚਾਹੀਦੇ ਹਨ। ਤੇ ਚੌਧਰੀ ਸਾਹਿਬ ਜੀ ਆਪਣੇ ਮਨ ਦਾ ਹੰਕਾਰ ਛੱਡ ਕੇ ਗੁਰੂ ਦਾ ਦਰਸ਼ਨ ਕਰਨਾ ਚਾਹੀਦਾ ਹੈ। ਭਾਈ
ਸਾਹਿਬ ਕਹਿੰਦੇ ਵੀ ਮੈਲਾਗਰ ਸਿੰਘ ਦਾ ਇਹ ਬਚਨ ਸੁਣ ਕੇ ਨਾ ਜਾਣੋ ਕਿ ਅੱਗ ਬਲ ਗਈ। ਦਾਵਾ ਕਹਿੰਦੇ ਆ, ਦਾਵਾ ਅਗਨੀ ਜਿਹੜੀ ਜੰਗਲ ਵਿੱਚ ਲੱਗਦੀ। ਵੀ ਭਾਈ ਮੈਲਾਗਰ ਸਿੰਘ ਜੀ ਦਾ ਜਿਹੜਾ ਇਹ ਬੋਲ ਸੀ ਨਾ ਕਿ ਚੌਧਰੀ ਸਾਹਿਬ ਆਪਣੇ ਕੱਪੜਿਆਂ ਨੂੰ ਸੰਕੋਚ ਕੇ ਤੇ ਨਿਮਰਤਾ ਨਾਲ, ਭਾਵਨਾ ਦੇ ਨਾਲ ਚੱਲੋ, ਘੱਟਾ ਉਡਾਉਂਦਾ ਨਾ ਜਾਓ, ਧੂੜ ਨਾ ਉਡਾਈ ਜਾਓ। ਸਹਿਜੇ ਭਾਵਨਾ ਦੇ ਨਾਲ ਗੁਰੂ ਕੇ ਦਰਬਾਰ ਵਿੱਚ ਨੀਵੇਂ ਹੋ ਕੇ ਜਾਣਾ ਚਾਹੀਦਾ ਹੈ, ਪ੍ਰੇਮ ਨਾਲ ਜਾਣਾ ਚਾਹੀਦਾ। ਤੇ ਜਦੋਂ ਇਹ ਬਚਨ ਆਖਿਆ, ਹੁਣ ਸਾਰੇ ਖਾਲਸੇ ਦੇ ਵਿੱਚ ਉੱਠ ਕੇ ਆਖਿਆ ਭਾਈ ਮੈਲਾਗਰ ਸਿੰਘ ਨੇ, ਤੇ ਸਿੰਘ ਦੇ ਬਚਨ ਜਾਣੋ ਕਿ ਇਹ ਦਾਵਾ ਅਗਨੀ ਹੈ। ਮਨ ਮਨ ਕੋ ਲਗ ਤੇ ਦਿਲਾਵਾ। ਤੇ ਕਪੂਰੇ ਚੌਧਰੀ ਦਾ ਮਨ ਜਾਣੋ ਕਿ ਬਾਣ ਹੈ, ਜੰਗਲ ਹੈ, ਤੇ ਸਿੰਘ ਦਾ ਬਚਨ ਜਿਹੜਾ ਉਹ ਜੰਗਲ ਵਿੱਚ ਲੱਗਣ ਵਾਲੀ ਅੱਗ ਹੈ। ਜਾਣੋ ਕਿ ਇਹ ਕਪੂਰੇ ਚੌਧਰੀ ਦੇ ਮਨ ਰੂਪੀ ਜੰਗਲ ਦੇ ਵਿੱਚ ਸਿੰਘ ਦਾ ਬੋਲਿਆ ਹੋਇਆ ਬਚਨ ਉਹ ਅੱਗ ਲੱਗ ਗਈ ਤੇ ਉਹਦਾ ਮਨ ਰੂਪੀ ਜੰਗਲ ਸੜ ਗਿਆ। ਭਾਵ ਮਨ ਦੇ ਵਿੱਚ ਉਹਦੇ ਜਲਨ ਪੈਦਾ ਹੋ ਗਈ, ਅੱਗ ਪੈਦਾ ਹੋ ਗਈ, ਗੁੱਸਾ ਪੈਦਾ ਹੋ ਗਿਆ। ਇਦੋਂ ਜਪ ਤਤ ਮਨ ਦੀਪਕ ਨਿਆਈ। ਜਾਂ ਕਹਿੰਦੇ ਵੀ ਹੰਕਾਰ ਰੂਪੀ ਦੀਵਾ ਮਚ ਰਿਹਾ ਸੀ ਚੌਧਰੀ ਦੇ ਮਨ ਦੇ ਵਿੱਚ। ਸਿੰਘ ਬਾਕ ਪਾ ਬੁਝਾਈ। ਤੇ ਸਿੰਘ ਦੇ ਬੋਲ ਜਿਹੜੇ ਬੋਲੇ ਆ ਨਾ ਭਾਈ ਮੈਲਾਗਰ ਸਿੰਘ ਨੇ, ਉਹ ਜਾਣੋ ਕਿ ਹਵਾ ਜਿਹੜੀ ਚੱਲੀ ਹੈ ਤੇ ਹੰਕਾਰ ਦਾ ਜਿਹੜਾ ਦੀਵਾ ਅੰਦਰ ਮਚ ਰਿਹਾ ਸੀ ਨਾ, ਉਹਨੂੰ ਬੁਝਾ ਦਿੱਤਾ ਸਿੰਘ ਦੇ ਬਚਨਾਂ ਨੇ। ਕਿ ਚੌਧਰੀ ਸਾਹਿਬ ਆਕੜ ਕੇ ਨਹੀਂ ਦਰਬਾਰ 'ਚ ਜਾਣਾ ਚਾਹੀਦਾ, ਧੂੜ ਉਡਾਉਂਦੇ ਨਹੀਂ ਜਾਣਾ ਚਾਹੀਦਾ, ਨੀਵੇਂ ਹੋ ਕੇ ਜਾਣਾ ਚਾਹੀਦਾ ਹੈ। ਤੇ ਚੌਧਰੀ ਕਪੂਰੇ ਦਾ ਚਿੱਤ ਗੁੱਸੇ ਨਾਲ ਭਰ ਗਿਆ। ਸਾਧ ਸੰਗਤ, ਇਹਨੇ ਆਪਣਾ ਨਰਾਦਰ ਜਾਣਿਆ। ਮੈਲਾਗਰ ਸਿੰਘ ਦੇ ਬੋਲੇ ਹੋਏ ਬੋਲ ਵੀ ਚੌਧਰੀ ਸਾਹਿਬ ਅਦਬ ਨਾਲ ਚੱਲ, ਨੀਵਾਂ ਹੋ ਕੇ ਚੱਲ, ਪਾਸੇ ਮਾਰਦਾ ਨਾ ਜਾ, ਧੂੜ ਨਾ ਉਡਾਈ ਜਾ। ਤੇ ਚਿੱਤ ਅਪਮਾਨ ਜਾਣ ਕੇ ਗੁੱਸੇ ਨਾਲ ਭਰ ਗਿਆ। ਬਸ ਨਾਮ ਸਾਏ ਸਕੇ ਬਖਾਨਾ। ਪਰ ਵਸ ਨਹੀਂ ਇਹਦਾ ਕੋਈ ਚੱਲਿਆ, ਉੱਥੇ ਬੋਲ ਨਹੀਂ ਸਕਿਆ, ਪਰ ਅੰਦਰੋਂ ਅੰਦਰੀ ਗੁੱਸਾ ਜ਼ਰੂਰ ਆਇਆ ਚੌਧਰੀ ਨੂੰ। ਗੁਰ ਸਮੀਪ ਹੋਏ ਪੰਨਨ ਖਾਨੀ। ਫਿਰ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪਾਸ ਹੋ ਕੇ ਤੇ ਚੌਧਰੀ ਕਪੂਰੇ ਨੇ ਮੱਥਾ ਟੇਕਿਆ। ਬੈਠ ਗਏ ਰੱਬ ਭਾ ਮਨ ਹਾਨੀ। ਬੈਠ ਤਾਂ ਗਿਆ ਤੇ ਮਨ ਦੇ ਵਿੱਚ ਇਹ ਸਮਝਿਆ ਵੀ ਮੇਰੀ ਹਾਨੀ ਹੋਈ ਹੈ। ਇੱਕ ਪ੍ਰੇਮ ਮਨ ਸਤਿਗੁਰ ਫੇਰੇ। ਜਿਸ ਵੇਲੇ ਬੈਠਾ ਨਾ ਇਹ ਨਮਸਕਾਰ ਕਰਕੇ ਚੌਧਰੀ ਕਪੂਰਾ, ਤੇ ਇੱਕ ਪਲੰਘ ਦੇ ਉੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੈਠੇ ਹੋਏ ਸਨ। ਦੁੱਤੇ ਪਰ ਪ੍ਰਭ ਆਜੁਤ ਧਰੇ। ਤੇ ਆਪਣੇ ਨਾਲ ਹੀ ਦੂਸਰੇ ਪਾਸੇ ਸਾਹਮਣੇ ਇੱਕ ਦੂਜਾ ਪਲੰਘਾ ਸਤਿਗੁਰੂ ਜੀ ਨੇ ਲਵਾਇਆ ਸੀ ਤੇ ਉਸ ਪਲੰਘੇ ਉੱਤੇ ਸ਼ਸਤਰ ਰਖਾਏ ਹੋਏ ਸਨ। ਨਿਰਮਲ ਚੰਦਰ ਹਾਸ ਕਰ ਧਾਰਾ। ਉਹ ਕਿਹੜੇ ਕਿਹੜੇ ਸ਼ਸਤਰ ਸੀ? ਇੱਕ ਤਾਂ ਉਹਨਾਂ ਵਿੱਚ ਕਿਰਪਾਨਾਂ ਸਨ। ਨਿਰਮਲ ਚੰਦਰਹਾਸ, ਚੰਦਰਹਾਸ ਨਾਮ ਵੀ ਤਲਵਾਰ ਦਾ ਹੀ ਹੈ, ਕਿਰਪਾਨ ਦਾ ਹੀ ਹੈ, ਇਹਨੂੰ ਚੰਦਰਹਾਸ ਵੀ ਕਿਹਾ ਜਾਂਦਾ। ਤੇ ਖਰ ਧਾਰਾ ਨਾਮ ਹੈ ਵੀ ਖਰ ਤਿੱਖੀ ਧਾਰਾ ਵਾਲੀ, ਜਿਹਦੀ ਤਿੱਖੀ ਧਾਰ ਹੈ। ਐਸੀਆਂ ਕਿਰਪਾਨਾਂ ਉਸ ਪਲੰਘੇ ਉੱਤੇ ਸ਼ੋਭਨੀਕ ਸਨ। ਭਾਰਾ ਗੁਣ ਬੁਲੰਦ ਮਨ ਭਾਰਾ। ਕਿਲੇ ਦੇ ਸਹਿਤ ਵੱਡਾ ਭਾਰੀ ਜਿਹੜਾ ਮਹਾਰਾਜ ਦਾ ਧਨੁੱਖ ਹੈ ਨਾ, ਕਮਾਨ ਹੈ, ਉਹ ਕਮਾਨ ਵੀ ਰੱਖਿਆ ਹੋਇਆ ਸੀ ਪਲੰਘੇ ਦੇ ਉੱਤੇ। ਤਰਕਸ਼ ਭਰੇ ਭਰੇ ਕਰ ਤੀਰ। ਤੇ ਤਰਕਸ਼ ਭੱਥੇ ਭਰੇ ਹੋਏ ਸੀ, ਬਹੁਤੇ ਤਿੱਖੇ ਤਿੱਖੇ ਤੀਰਾਂ ਦੇ ਨਾਲ ਉਹ ਭੱਥੇ ਵੀ ਰੱਖੇ ਹੋਏ ਉਸ ਪਲੰਘੇ ਦੇ ਉੱਤੇ, ਤੀਰਾਂ ਨਾਲ ਭਰੇ ਹੋਏ। ਤੀਰ ਸਹਾਰਤ ਗੁਣੀ ਗਹੀਰ। ਤੇ ਉਸ ਪਲੰਘੇ ਦੇ ਪਾਸ ਹੀ ਗੁਣਾ ਦੇ ਗਹੀਰ, ਗੁਣਾ ਦੇ ਸਮੁੰਦਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸੋਭਨੀਕ ਹੋ ਰਹੇ ਸਨ। ਇੱਕ ਪਲੰਘੇ ਤੇ ਗੁਰੂ ਸਾਹਿਬ, ਦੂਜੇ ਪਲੰਘੇ ਦੇ ਉੱਤੇ ਸਾਰੇ ਸ਼ਸਤਰ ਸੋਭਨੀਕ ਸਨ। ਇੱਕ ਚੌਰ ਤੇ ਉਸ ਵੇਲੇ ਹੋ ਰਿਹਾ ਸੀ, ਇੱਕ ਸਿੰਘ ਕਰ ਰਿਹਾ ਸੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਦੇ ਉੱਤੇ। ਸਤਿਗੁਰੂ ਜੀ ਦੇ ਸੀਸ ਉੱਤੇ ਇੱਕ ਚੌਰ ਫਿਰ ਰਿਹਾ ਹੈ। ਦੂਸਰ ਸ਼ਤਰੰ ਉੱਪਰ ਹੈ। ਤੇ ਦੂਸਰਾ ਚੌਰ, ਦੂਜਾ ਸਿੰਘ ਖਲੋਤਾ ਹੈ ਦੂਜੇ ਪਲੰਘੇ ਦੇ ਪਾਸ, ਤੇ ਉਹ ਸ਼ਸਤਰਾਂ ਦੇ ਉੱਤੇ ਵੀ ਚੌਰ ਕਰ ਰਿਹਾ। ਕਿਰਪਾਨਾਂ ਦੇ ਉੱਤੇ, ਤੀਰ ਕਮਾਨ ਦੇ ਉੱਤੇ,
ਤੇ ਹੋਰ ਜਿੰਨੇ ਸ਼ਸਤਰ ਸੋਭਨੀਕ ਸਨ, ਤੀਰਾਂ ਦੇ ਭਰੇ ਹੋਏ ਪੱਥੇ ਉੱਥੇ ਸੋਭਨੀਕ ਸਨ, ਕਹਿ ਲਓ ਕਿ ਸਾਰੇ ਹੀ ਸ਼ਸਤਰ ਮਹਾਰਾਜ ਦੇ ਸੋਭਨੀਕ ਹਨ। ਤੇ ਉਹਨਾਂ ਸ਼ਸਤਰਾਂ ਦੇ ਉੱਤੇ ਵੀ ਇੱਕ ਚੌਰ ਹੋ ਰਿਹਾ ਹੈ, ਐ ਬਰਾਬਰ ਚੌਰ ਹੋ ਰਿਹਾ, ਇੱਕ ਕਲਗੀਧਰ ਪਾਤਸ਼ਾਹ ਦੇ ਸੀਸ ਤੇ, ਇੱਕ ਸ਼ਸਤਰਾਂ ਦੇ ਉੱਤੇ ਹੋ ਰਿਹਾ ਹੈ। ਇਹਨੂੰ ਕਪੂਰੇ ਨੇ ਵੇਖਿਆ ਨਾ ਵੀ ਇਹ ਦੋ ਚੌਰ ਹੋ ਰਹੇ, ਇੱਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸੀਸ ਤੇ, ਇੱਧਰ ਸ਼ਸਤਰਾਂ ਦੇ ਉੱਤੇ, ਹਥਿਆਰਾਂ ਦੇ ਉੱਤੇ ਵੀ ਚੌਰ ਹੋ ਰਿਹਾ। ਤੇ ਤਰਕ ਕੀਤੀ ਹੈ ਕਪੂਰੇ ਚੌਧਰੀ ਨੇ, ਤੇ ਫਿਰ ਬੋਲ ਉੱਠਿਆ ਹੈ, ਕਹਿਣ ਲੱਗਾ ਕਿ ਮਹਾਰਾਜ ਭਲੇ ਬਣਾਏ, ਇਹ ਬਹੁਤ ਸਵਾਰ ਕੇ ਸਾਜ ਕੇ ਸ਼ਸਤਰ ਰੱਖੇ ਹੋਏ ਹਨ ਪਲੰਘੇ ਦੇ ਉੱਤੇ। ਮਹਾਰਾਜ ਜੋ ਆਪ ਜੀ ਦੇ ਸੀਸ ਦੇ ਉੱਤੇ ਇਹ ਸਿੰਘ ਚੌਰ ਘੁਲਾ ਰਿਹਾ ਹੈ, ਇਹ ਤਾਂ ਮੈਂ ਵੇਖਦਾ ਵਾਂ ਵੀ ਆਦ ਦੀ ਰੀਤ ਹੈ, ਇਹ ਤਾਂ ਪਹਿਲਾਂ ਦੀ ਚੱਲੀ ਆਉਂਦੀ ਮਰਿਆਦਾ ਹੈ ਕਿ ਗੁਰੂ ਸਾਹਿਬਾਂ ਦੇ ਸੀਸ ਉੱਤੇ ਚੌਰ ਝੁਲਦਾ ਹੁੰਦਾ। ਇਹ ਤਾਂ ਪਹਿਲੇ ਪਾਤਸ਼ਾਹ ਤੋਂ ਲੈ ਕਰਕੇ ਮਹਾਰਾਜ ਗੁਰੂ ਘਰ ਦੀ ਰੀਤ ਹੈ, ਮਰਿਆਦਾ ਹੈ ਕਿ ਗੁਰੂ ਸਾਹਿਬਾਂ ਦੇ ਸੀਸ ਦੇ ਉੱਤੇ ਚੌਰ ਝੁਲਦਾ। ਇਹ ਤਾਂ ਮੈਂ ਵੇਖਦਾ ਕਿ ਆਪ ਜੀ ਦੇ ਸੀਸ ਉੱਤੇ ਤਾਂ ਚੌਰ ਝੁਲਣਾ, ਇਹ ਤਾਂ ਰੀਤ ਮਰਿਆਦਾ ਹੈ, ਇਹ ਤਾਂ ਆਦ ਦੀ ਮੁੱਢ ਕਦੀਮ ਦੀ ਰੀਤ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਸੀਸ ਦੇ ਉੱਤੇ ਭਾਈ ਬਾਲਾ ਜੀ ਚੌਰ ਝੁਲਾਇਆ ਕਰਦੇ ਸਨ ਸਾਧ ਸੰਗਤ। ਚੌਹਾਂ ਉਦਾਸੀਆਂ ਦੇ ਵਿੱਚ ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਦੇ ਨਾਲ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਦੋਵੇਂ ਸਿੱਖ ਮਹਾਰਾਜ ਦੇ ਨਾਲ ਰਹੇ। ਭਾਈ ਮਰਦਾਨਾ ਜੀ ਮਹਾਰਾਜ ਦੇ ਸੱਜੇ ਹੱਥ ਰਬਾਬ ਵਜਾਉਂਦੇ ਤੇ ਭਾਈ ਬਾਲਾ ਜੀ ਮਹਾਰਾਜ ਸਾਹਿਬ ਜੀ ਦੇ ਸੀਸ ਦੇ ਉੱਤੇ ਚੌਰ ਝੁਲਾਇਆ ਕਰਦੇ। ਇਸ ਕਪੂਰੇ ਚੌਧਰੀ ਨੇ ਆਖਿਆ, ਮਹਾਰਾਜ ਤਾਂ ਆਦ ਦੀ ਰੀਤ ਹੈ ਗੁਰੂ ਘਰ ਦੀ ਵੀ ਆਪ ਜੀ ਦੇ ਸੀਸ ਤੇ ਜੋ ਚੌਰ ਝੁਲ ਰਿਹਾ ਹੈ। ਪਰ ਮਹਾਰਾਜ ਜਿਹੜਾ ਦੂਸਰਾ ਚੌਰ ਤੁਸੀਂ ਸ਼ਸਤਰਾਂ ਦੇ ਉੱਤੇ, ਹਥਿਆਰਾਂ ਦੇ ਉੱਤੇ ਫਿਰਾ ਰਹੇ ਹੋ, ਮਹਾਰਾਜ ਇਹ ਨਵੀਂ ਰੀਤ ਤੁਸੀਂ ਸ਼ੁਰੂ ਕਰ ਦਿੱਤੀ ਹੈ, ਇਹ ਨਵੀਂ ਮਰਿਆਦਾ ਆਪ ਜੀ ਪ੍ਰਗਟ ਕਰ ਰਹੇ ਹੋ। ਗੁਰੂ ਸਾਹਿਬ ਜੀ ਦੇ ਸੀਸ ਤੇ ਚੌਰ ਹੋਣਾ ਇਹ ਤਾਂ ਸੋਭਦਾ ਹੈ, ਪਰ ਤੁਸੀਂ ਹਥਿਆਰਾਂ ਦੇ ਉੱਤੇ ਵੀ ਚੌਰ ਕਰਵਾ ਰਹੇ ਹੋ। ਤੁਸੀਂ ਕਿਰਪਾਨਾਂ ਦੇ ਉੱਤੇ, ਤੀਰ ਕਮਾਨ ਦੇ ਉੱਤੇ, ਸ਼ਸਤਰਾਂ ਦੇ ਉੱਤੇ ਵੀ ਚੌਰ ਕਰਵਾ ਰਹੇ ਹੋ। ਮਹਾਰਾਜ ਨਵੀਂ ਰੀਤ ਆਪ ਜੀ ਪ੍ਰਗਟ ਕਰ ਰਹੇ ਹੋ। ਮਹਾਰਾਜ ਤੁਸੀਂ ਤੇ ਧੂਪ ਵੀ ਦਿਖਾਈ ਹੋਈ ਹੈ ਸ਼ਸਤਰਾਂ ਦੇ ਉੱਤੇ, ਆ ਤੁਸੀਂ ਮੈਂ ਵੇਖ ਰਿਹਾ ਚੰਦਨ ਵੀ ਛਿੜਕਿਆ ਹੋਇਆ ਸ਼ਸਤਰਾਂ ਦੇ ਉੱਤੇ। ਤੇ ਆ ਮਹਾਰਾਜ ਫੁੱਲਾਂ ਦੀਆਂ ਮਾਲਾ ਪਰੋ ਪਰੋ ਕੇ ਸ਼ਸਤਰਾਂ ਦੇ ਉੱਤੇ ਪਾਈਆਂ ਹੋਈਆਂ ਹਨ। ਆ ਫੁੱਲ ਵੀ ਮਹਾਰਾਜ ਫੁੱਲਾਂ ਦਾ ਵੀ ਛਿੜਕਾ ਕੀਤਾ ਹੋਇਆ ਹੈ, ਫੁੱਲਾਂ ਦੀ ਵੀ ਵਰਖਾ ਕੀਤੀ ਹੋਈ ਹੈ ਸ਼ਸਤਰਾਂ ਦੇ ਉੱਤੇ। ਜਦੋਂ ਕਪੂਰੇ ਨੇ ਇਹ ਤਰਕ ਕੀਤੀ ਨਾ, ਇਹ ਸਵਾਲ ਕੀਤਾ, ਫਿਰ ਸੁਭਾਇਮਾਨ ਮੁਖ ਤੋਂ ਕਹਿ ਕਰਕੇ ਕਲਗੀਧਰ ਪਾਤਸ਼ਾਹ ਜੀ ਨੇ ਸਮਝਾਇਆ। ਮਹਾਰਾਜ ਕਹਿੰਦੇ ਚੌਧਰੀ ਕਪੂਰੇ, ਸ਼ਸਤਰਾਂ ਦਾ ਅਦਬ ਰਖਾਉਣਾ ਚਾਹੀਦਾ, ਅਦਬ ਰੱਖਣਾ ਚਾਹੀਦਾ, ਇਸ ਕਰਕੇ ਅਸੀਂ ਸ਼ਸਤਰਾਂ ਦਾ ਅਦਬ ਰਖਵਾ ਰਹੇ ਹਾਂ। ਇਹ ਚੌਧਰੀਆ, ਇਹ ਸ਼ਸਤਰਾਂ ਦੇ ਉੱਤੇ ਚੌਰ ਅਸੀਂ ਤਾਂ ਕਰਵਾ ਰਹੇ ਹਾਂ ਕਿਉਂਕਿ ਮੱਖੀਆਂ ਆ ਜਾਂਦੀਆਂ ਤੇ ਆ ਕੇ ਸ਼ਸਤਰਾਂ ਦੇ ਉੱਤੇ ਗੰਦ ਪਾ ਜਾਂਦੀਆਂ। ਸ਼ਸਤਰਾਂ ਦੇ ਉੱਤੇ ਮੱਖੀਆਂ ਵੀ ਨਹੀਂ ਬੈਠਣੀਆਂ ਚਾਹੀਦੀਆਂ, ਸ਼ਸਤਰਾਂ ਦਾ ਵੀ ਅਦਬ ਰੱਖਣਾ ਚਾਹੀਦਾ ਹੈ, ਇਸ ਕਰਕੇ ਅਸੀਂ ਸ਼ਸਤਰਾਂ ਦੇ ਉੱਤੇ ਚੌਰ ਕਰਵਾ ਰਹੇ ਹਾਂ। ਜਿਹੜੀਆਂ ਮੱਖੀਆਂ ਆ ਕੇ ਬਹਿੰਦੀਆਂ ਨਾ ਤੇ ਸ਼ਸਤਰਾਂ ਦੇ ਉੱਤੇ ਗੰਦ ਪਾਉਂਦੀਆਂ ਆ ਕੇ ਮੱਖੀਆਂ, ਉਹ ਆਪਣੀ ਕਿਰਿਆ ਕਰਦੀਆਂ, ਇਸ ਕਰਕੇ ਇਹ ਜਿਹੜਾ ਚੌਰ ਹੋ ਰਿਹਾ ਇਹ ਮੱਖੀਆਂ ਨੂੰ ਵਰਜਦਾ ਹੈ, ਭਾਵ ਮੱਖੀਆਂ ਨੂੰ ਨੇੜੇ ਨਹੀਂ ਲੱਗਣ ਦਿੰਦਾ, ਸ਼ਸਤਰਾਂ ਦੇ ਉਡਾ ਦਿੰਦਾ ਹੈ। ਬਾਕੀ ਮਹਾਰਾਜ ਕਹਿਣ ਲੱਗੇ ਵੀ ਇਹ ਤਾਂ ਗੁਰੂ ਪੀਰ ਹਨ ਸ਼ਸਤਰ, ਇਹਨਾਂ ਦੀ ਤੇ ਪੂਜਾ ਦੇਵਤੇ ਵੀ ਕਰਦੇ ਆ ਸ਼ਸਤਰਾਂ ਦੀ, ਇਹ ਸਾਰੇ ਸੁਰਨ ਨਾਮ ਦੇਵਤਿਆਂ ਦਾ,
ਦੇਵਤਿਆਂ ਦੇ ਮੈਂ ਕਹੀਏ ਵਿੱਚ ਵੀ ਸਿਰਮੌਰ, ਇਹ ਸ਼ਸਤਰ ਤਾਂ ਦੇਵਤਿਆਂ ਦੇ ਵਿੱਚ ਵੀ ਸਿਰਮੌਰ ਵਾ। ਦੇਵਤਿਆਂ ਵਿੱਚ ਵੀ ਇਹ ਪੂਜ ਹਨ, ਦੇਵਤੇ ਵੀ ਇਹਨਾਂ ਸ਼ਸਤਰਾਂ ਦੀ ਪੂਜਾ ਕਰਦੇ ਹਨ। ਮਹਾਰਾਜ ਕਹਿੰਦੇ ਚੌਧਰੀਆ, ਇਹ ਸ਼ਸਤਰ ਹੀ ਤਾਂ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਤੋਂ ਜਿੱਤ ਦਿਵਾਉਣ ਵਾਲੇ ਆ। ਇਹ ਸ਼ਸਤਰਾਂ ਦੇ ਨਾਲ ਹੀ ਤੇ ਜੰਗ ਦੇ ਮੈਦਾਨ ਦੇ ਵਿੱਚ ਫਤਿਹ ਹਾਸਲ ਕਰੀਦੀ ਹੈ। ਭਾਵੇਂ ਤਾਂ ਪ੍ਰਿਥੀ ਧਰਤੀ ਦਾ ਰਾਜ ਹੈ, ਭਾਵੇਂ ਸੁਰਗ ਦਾ ਰਾਜ ਹੈ, ਘਨੇਰਾ ਬਹੁਤਾ। ਮਹਾਰਾਜ ਕਹਿੰਦੇ ਨਾ ਸ਼ਸਤਰਾਂ ਦੇ ਬਲ ਦੇ ਨਾਲ ਹੀ ਰਾਜ ਮਿਲਦਾ। ਸ਼ਸਤਰਾਂ ਕੇ ਅਧੀਨ ਹੈ ਰਾਜ, ਸ਼ਸਤਰਾਂ ਦੇ ਅਧੀਨ ਹੀ ਰਾਜ ਹੈ। ਭਾਵੇਂ ਧਰਤੀ ਦਾ ਰਾਜ ਇਹ ਸ਼ਸਤਰ ਨਾਲ ਹੀ ਮਿਲਦਾ ਹੈ, ਸਵਰਗ ਦਾ ਰਾਜ ਵੀ ਜਿਨ੍ਹਾਂ ਜਿਨ੍ਹਾਂ ਨੂੰ ਮਿਲਿਆ ਨਾ ਤੇ ਉਹ ਸ਼ਸਤਰਾਂ ਨਾਲ ਹੀ ਮਿਲਦਾ। ਉਹ ਦਸਮ ਮਹਾਰਾਜ ਦੀ ਬਾਣੀ 'ਚ ਪੜ੍ਹੀਏ, ਗੁਰੂ ਕੀ ਬਾਣੀ 'ਚ ਵੀ ਜ਼ਿਕਰ ਆਉਂਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਵੀ ਤੇ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਵਿੱਚ ਜਦੋਂ ਦੇਵਤਿਆਂ ਦੇ ਉੱਤੇ ਆ ਕੇ ਦੈਂਤ ਚੜ੍ਹਾਈ ਕਰ ਦਿੰਦੇ ਨਾ ਕਿ ਉਹ ਸਵਰਗ 'ਚੋਂ ਕੱਢ ਦਿੰਦੇ ਆ। ਇੰਦਰ ਦੇਵਤੇ ਨੂੰ ਵੀ ਕੱਢ ਦਿੰਦੇ, ਬਾਕੀ ਦੇਵਤਿਆਂ ਨੂੰ ਵੀ ਹਾਰ ਜਾਂਦੇ ਦੈਂਤਾਂ ਦੇ ਕੋਲੋਂ ਦੇਵਤੇ। ਤੇ ਫਿਰ ਆਪਣੇ ਤੋਂ ਵੱਡੀ ਤਾਕਤ ਵਾਲੇ ਦੀ ਆਰਾਧਨਾ ਕਰਦੇ, ਪਰਮੇਸ਼ਰ ਦੀ ਆਰਾਧਨਾ ਕਰਦੇ ਕਿ ਵਾਹਿਗੁਰੂ ਕਿਰਪਾ ਕਰ, ਹੁਣ ਕੋਈ ਸ਼ਕਤੀ ਆਪਣੀ ਭੇਜ। ਫਿਰ ਪਰਮੇਸ਼ਰ ਭੇਜ ਦਿੰਦੇ ਕਿਸੇ ਨਾ ਕਿਸੇ ਲਾ ਕੇ ਸੇਵਾ ਵੀ ਜਾਓ ਆ ਦੇਵਤਿਆਂ ਦੀ ਮਦਦ ਕਰੋ। ਕਿਸੇ ਵੇਲੇ ਕਾਲੀ ਮਾਈ ਨੂੰ ਵੀ ਭੇਜ ਦਿੰਦੇ ਆ, ਦੁਰਗਾ ਨੂੰ ਵੀ। ਫਿਰ ਦੁਰਗਾ ਆ ਜਾਂਦੀ, ਉਹ ਫਿਰ ਕਰਦੀ ਜੰਗ ਯੁੱਧ, ਸ਼ਸਤਰਾਂ ਨਾਲ ਹੀ ਕਰਦੀ ਨਾ, ਜਿੰਨੀਆਂ ਬਾਹਾਂ ਹੁੰਦੀਆਂ ਉਹਨੇ ਸ਼ਸਤਰ ਫੜੇ ਹੁੰਦੇ। ਤੇ ਫਿਰ ਆ ਕਰਕੇ ਉਹ ਦੈਂਤਾਂ ਨੂੰ ਝਟਕਾਉਂਦੀ ਆ ਤੇ ਫਿਰ ਦੇਵਤਿਆਂ ਨੂੰ ਉਹਨਾਂ ਦਾ ਰਾਜ ਭਾਗ ਵਾਪਸ ਦਿਵਾਉਂਦੀ ਵੀ ਲਓ ਹੁਣ ਕਰੋ ਰਾਜ ਭਾਗ। ਜੋ ਅਰਦਾਸ ਦੀ ਆਪਾਂ ਪਹਿਲੀ ਪੌੜੀ ਪੜ੍ਹਦੇ ਆ ਨਾ ਰੋਜ਼ ਅਰਦਾਸ ਦੇ ਵਿੱਚ, ਇਹ ਭਗਉਤੀ ਕੀ ਵਾਰ ਦੀ ਪਹਿਲੀ ਪੌੜੀ, ਜਿਹਨੂੰ ਆਮ ਬੋਲੀ 'ਚ ਆਪਾਂ ਚੰਡੀ ਦੀ ਵਾਰ ਕਹਿ ਦਿੰਦੇ। ਭਗਉਤੀ ਸਿਰਲੇਖ ਦਿੱਤਾ ਮਹਾਰਾਜ ਨੇ। ਅਰਦਾਸ ਵਿੱਚ ਆਪਾਂ ਰੋਜ਼ ਸੁਣਦੇ, ਜਦੋਂ ਗੁਰੂ ਘਰ ਦੇ ਅਰਦਾਸੀਏ ਸਿੰਘ ਸਾਹਿਬਾਨ ਸਵੇਰੇ ਸ਼ਾਮ ਅਰਦਾਸ ਕਰਦੇ, ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਉਤੀ ਜੀ ਸਹਾਏ। ਅੱਗੇ ਜ਼ਿਕਰ ਆਉਂਦਾ ਵਾਰ ਸ੍ਰੀ ਭਗਉਤੀ ਜੀ ਕੀ, ਇਹ ਸਿਰਲੇਖ ਆ। ਵਾਰ ਸ੍ਰੀ ਭਗਉਤੀ ਜੀ ਕੀ, ਪਾਤਸ਼ਾਹੀ ਦਸਵੀਂ। ਇਹ ਪਹਿਲੀ ਪੌੜੀ। ਇਹਦੇ ਤੋਂ ਅੱਗੇ ਜਿਹੜੀ ਦੂਜੀ ਪੌੜੀ ਆ ਨਾ, ਉਹਦੇ 'ਚ ਮਹਾਰਾਜ ਨੇ ਜ਼ਿਕਰ ਕੀਤਾ ਪੌੜੀ ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰਿ ਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤੈਨੇ ਅੰਦਰ ਬਾਦ ਰਚਾਇਆ। ਪਰਮੇਸ਼ਰ ਕਿੱਡਾ ਵੱਡਾ ਹੈ, ਉਹਨੇ ਆਪ ਹੀ ਦੇਵਤੇ ਪੈਦਾ ਕੀਤੇ ਤੇ ਆਪ ਹੀ ਦੈਂਤ ਪੈਦਾ ਕੀਤੇ ਤੇ ਆਪ ਹੀ ਝਗੜਾ ਪੈਦਾ ਕੀਤਾ, ਆਪ ਹੀ ਗੁਰਮੁਖ ਪੈਦਾ ਕੀਤੇ, ਆਪ ਹੀ ਮਨਮੁਖ ਪੈਦਾ ਕੀਤੇ, ਆਪ ਹੀ ਅੰਮ੍ਰਿਤ ਪੀਣ ਵਾਲੇ ਪੈਦਾ ਕੀਤੇ, ਆਪ ਹੀ ਸ਼ਰਾਬ ਪੀਣ ਵਾਲੇ ਪੈਦਾ ਕੀਤੇ। ਤੇ ਦੋਨਾਂ ਦੀ ਆਪਸ ਵਿੱਚ ਬਣਦੀ ਨਹੀਂ ਤੇ ਝਗੜਾ ਹੋਈ ਜਾਂਦਾ। ਖੇਲ ਤੇ ਸਾਡਾ ਉਹਦਾ ਰਚਿਆ ਹੀ ਹੈ ਨਾ। ਦੇਵਤੇ ਕਹਿ ਲੋ, ਦੈਂਤ ਕਹਿ ਲੋ, ਆਸਤਿਕ ਕਹਿ ਲੋ, ਨਾਸਤਿਕ ਕਹਿ ਲੋ, ਗੁਰਮੁਖ ਕਹਿ ਲੋ, ਮਨਮੁਖ ਕਹਿ ਲੋ, ਦੋਵੇਂ ਲਹਿਰਾਂ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ 'ਚ ਵੀ ਬਚਨ ਆਉਂਦਾ, ਆਪੇ ਦੈਂਤ ਲਾਏ ਦਿੱਤੇ ਸੰਤ ਜਨਾ ਕਉ, ਆਪੇ ਰਾਖਾ ਸੋਈ। ਆਪ ਹੀ ਪਹਿਲਾਂ ਦੈਂਤ ਪੈਦਾ ਕਰ ਦਿੱਤੇ, ਫਿਰ ਭਗਤ ਪੈਦਾ ਕਰ ਦਿੱਤੇ। ਜਦੋਂ ਆਪਸ ਵਿੱਚ ਖੜਕ ਪੈਂਦੀ ਦੋਹਾਂ ਦੀ ਤੇ ਫਿਰ ਆਪ ਹੀ ਨਰਸਿੰਘ ਰੂਪ ਧਾਰਨ ਕਰਕੇ ਰੱਖਿਆ ਕਰਨ ਵੀ ਆ ਜਾਂਦਾ। ਆਪ ਹੀ ਰਾਖੀ ਕਰਦਾ ਪ੍ਰਭ ਥੰਬ ਤੇ ਨਿਕਸੇ ਕੈ ਵਿਸਥਾਰ, ਹਰਨਾਕਸ ਛੇਦਿਓ ਨਖ ਵਿਦਾਰ, ਕੋਈ ਪਰਮ ਪੁਰਖ ਦੇ ਬਾਦ ਦੇਵ ਭਗਤ ਹੇਤ, ਨਰਸਿੰਘ ਭੇਦ। ਤਾਂ ਗਰੀਬ ਨਵਾਜ ਸਾਹਿਬ ਜੀ ਨੇ ਬਚਨ ਕੀਤਾ, ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰੇ ਉਪਾਇਆ, ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ, ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ, ਸਿਰਜੇ ਦਾਨੋ ਦੇਵਤੇ ਤੈਨੇ ਅੰਦਰ ਬਾਦ ਰਚਾਇਆ। ਬਾਦ ਕਹਿੰਦੇ ਝਗੜੇ, ਦੇਵਤੇ ਤੇ ਦੈਂਤ ਪੈਦਾ ਕਰਕੇ ਫਿਰ ਝਗੜਾ ਵਿੱਚ ਪਵਾ ਦਿੱਤਾ, ਲੜਾਈ ਵੀ ਆਪ ਹੀ ਕਰਵਾ ਦਿੱਤੀ। ਜਾਪ ਸਾਹਿਬ ਆਪਾਂ ਪੜ੍ਹਦੇ ਨਾ ਅੰਮ੍ਰਿਤ ਵੇਲੇ ਦੇ ਨਿਤਨੇਮ 'ਚ, ਤੇ ਮਹਾਰਾਜ ਇੱਕ ਛੰਦ 'ਚ ਜਾ ਕੇ ਕਹਿੰਦੇ ਆ ਕਿ ਹੇ ਵਾਹਿਗੁਰੂ ਤੈਨੂੰ ਨਮਸਕਾਰ ਹੈ, ਤੂੰ ਸ਼ਾਂਤ ਸਰੂਪ ਹੈ। ਨਾਲ ਹੀ ਬਚਨ ਕੀਤਾ, ਤੈਨੂੰ ਨਮਸਕਾਰ ਹੈ, ਤੂੰ ਲੜਾਈ ਪਵਾਉਣ ਵਾਲਾ ਹੈ। ਨਮੋ ਸ਼ਾਂਤ ਰੂਪੇ
ਨਮੋ ਕਲਹ ਕਰਤਾ ਨਮੋ ਸ਼ਾਂਤ ਰੂਪੇ। ਜਿਹੜਾ ਕਲਹ ਕਰਤਾ ਹੈ ਕਿ ਕਲਾ ਕਰਾਉਣ ਵਾਲਾ ਵੀ ਤੂੰ ਹੀ ਹੈ। ਉਹਦੇ ਹੁਕਮ ਤੋਂ ਬਿਨਾਂ ਲੜਾਈ ਕਿਵੇਂ ਹੋ ਜਾਊਗੀ? ਉਹਦੇ ਹੁਕਮ ਤੋਂ ਬਿਨਾਂ ਸ਼ਾਂਤੀ ਕਿਵੇਂ ਵਰਤ ਜਾਊਗੀ? ਸਿਰਜੇ ਦਾਨੋ ਦੇਵਤੇ ਤੇਨੇ ਅੰਦਰ ਬਾਦ ਰਚਾਇਆ। ਤੇ ਅੱਗੇ ਬਚਨ ਆਉਂਦਾ, ਤੈਂ ਹੀ ਦੁਰਗਾ ਸਾਜ ਕੈ ਦੈਂਤਾਂ ਦਾ ਨਾਸ ਕਰਾਇਆ। ਦੁਰਗਾ ਨੂੰ ਵੀ ਤੂੰ ਹੀ ਸਾਜਿਆ। ਤੂੰ ਕਰਤਾ ਹੈ, ਉਹ ਤੇਰੀ ਕਿਰਤ ਵਾ। ਤੂੰ ਪੈਦਾ ਕਰਨ ਵਾਲਾ, ਉਹ ਤੇਰੀ ਪੈਦਾ ਕੀਤੀ ਹੋਈ। ਤੈਂ ਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਤੈਥੋਂ ਹੀ ਬਲਰਾਮ ਲੈ ਨਾਲ ਬਾਣਾ, ਤੀਰਾਂ ਦੇ ਨਾਲ ਬਾਣਾ ਦਹਿ ਸਿਰ ਘਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਜੁਗ ਤਿਨੀ ਤਨ ਤਾਇਆ। ਕਿਨੀ ਤੇਰਾ ਅੰਤ ਨਾ ਪਾਇਆ। ਕਲਗੀਧਰ ਪਾਤਸ਼ਾਹ ਕਹਿੰਦੇ, ਕਪੂਰੇ ਚੌਧਰੀ, ਭਾਵੇਂ ਧਰਤੀ ਦਾ ਰਾਜ ਹੈ, ਭਾਵੇਂ ਸਵਰਗ ਦਾ ਰਾਜ ਹੈ ਵੱਡਾ, ਇਹ ਸ਼ਸਤਰਾਂ ਦੇ ਬਲ ਨਾਲ ਹੀ ਮਿਲਦਾ ਹੈ। ਸਭ ਸ਼ਸਤਰਾਂ ਕੇ ਹੈ ਅਨੁਸਾਰੇ। ਸਭ ਸ਼ਸਤਰਾਂ ਦੇ ਅਨੁਸਾਰ ਹੀ ਹਨ, ਦੇਵਤੇ ਤੇ ਦੈਂਤ ਵੀ। ਜੋ ਇਨ ਭਏ ਸੋ ਹੋਏ ਬਲ ਭਾਏ। ਜਿਹੜਾ ਇਹਨਾਂ ਸ਼ਸਤਰਾਂ ਨੂੰ ਧਾਰਨ ਕਰਦਾ ਉਹ ਭਾਰੀ ਬਲ ਵਾਲਾ ਹੋ ਜਾਂਦਾ ਹੈ। ਇਹ ਸਭ ਸ਼ਕਤ ਮੰਤ ਨਹੀਂ ਕੋ। ਮਹਾਰਾਜ ਕਹਿੰਦੇ ਸ਼ਸਤਰਾਂ ਦੇ ਬਰਾਬਰ ਤੇ ਕੋਈ ਸ਼ਕਤੀ ਵਾਲਾ ਹੀ ਨਹੀਂ ਹੈ। ਸ਼ਕਤੀ ਵਾਲੇ ਸ਼ਸਤਰ ਹੀ ਹਨ। ਇਹਨਾਂ ਸ਼ਸਤਰਾਂ ਦੇ ਨਾਲ ਹੀ ਰਾਜ ਮਿਲਦਾ। ਇਹਨਾਂ ਸ਼ਸਤਰਾਂ ਨਾਲ ਆਪਣੀ ਰੱਖਿਆ ਹੁੰਦੀ ਹੈ। ਇਹਨਾਂ ਸ਼ਸਤਰਾਂ ਦੇ ਬਰਾਬਰ ਹੋਰ ਕੋਈ ਸ਼ਕਤੀ ਵਾਲਾ ਨਹੀਂ ਹੈ। ਜੋ ਕਰ ਧਰੇ ਬਲੀ ਹੋਏ ਸੋ। ਜਿਹੜਾ ਸ਼ਸਤਰਾਂ ਨੂੰ ਧਾਰਨ ਕਰਦਾ ਉਹ ਬਲੀ ਹੋ ਜਾਂਦਾ ਹੈ। ਆਦ ਅਕਾਲ ਪੁਰਖ ਕਰਤਾਰਾ। ਮਹਾਰਾਜ ਕਹਿੰਦੇ ਜੋ ਸ੍ਰਿਸ਼ਟੀ ਦਾ ਆਦ ਹੈ ਉਹ ਅਕਾਲ ਪੁਰਖ ਕਰਤਾਰ ਹੈ। ਪ੍ਰਥਮ ਖੜਗ ਤੇ ਰਚਿਓ ਵਿਹਾਰਾ। ਸਭ ਤੋਂ ਪਹਿਲਾਂ ਤੇ ਖੜਗ ਕਿਰਪਾਨ ਉਸ ਪਰਮੇਸ਼ਰ ਨੇ ਹੀ ਰਚੀ ਹੈ ਤੇ ਉਹਨੇ ਧਾਰਨ ਕੀਤੀ। ਇਸ ਕਰਕੇ ਉਹਨੂੰ ਅਸੀਂ ਖੜਗ ਕੇਤ ਕਹਿੰਦੇ ਹਾਂ। ਕਲਗੀਧਰ ਪਾਤਸ਼ਾਹ ਨੇ ਆਖਿਆ ਸਭ ਤੋਂ ਪਹਿਲਾਂ ਤੇ ਕਿਰਪਾਨ ਪਾਉਣ ਵਾਲਾ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੈ। ਉਹਨੇ ਆਪ ਗਾਤਰੇ ਖੜਗ ਪਹਿਨੀ ਹੋਈ ਹੈ। ਤੇ ਮਹਾਰਾਜ ਨੇ ਪਰਮੇਸ਼ਰ ਦੇ ਨਾਮ ਆਪਣੀ ਬਾਣੀ 'ਚ ਲੈ ਬਹੁਤੇ ਸ਼ਸਤਰਧਾਰੀ ਲਏ। ਸਾਧ ਸੰਗਤ, ਪਰਮੇਸ਼ਰ ਦਾ ਸਰੂਪ ਸ਼ਸਤਰਧਾਰੀ ਹੀ ਬਿਆਨ ਕੀਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਬਾਣੀ ਦੇ ਅੰਦਰ। ਆਪਾਂ 24 ਸਾਹਿਬ 'ਚ ਪੜ੍ਹਦੇ ਹਾਂ, ਖੜਗ ਕੇਤ ਮੈਂ ਸਰਨ ਤਿਹਾਰੀ, ਆਪ ਹਾਥ ਦੈ ਲੇਹੋ ਉਬਾਰੀ। ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਅਸ ਧੁਜ ਅਸ ਕੇਤ ਖੜਗ ਕੇਤ, ਇਹ ਸਾਰੇ ਸ਼ਸਤਰਧਾਰੀ ਸਰੂਪ ਆ ਪਰਮੇਸ਼ਰ। ਅਸ ਪਾਨ, ਪਾਨ ਨਾਮ ਹੱਥ ਦਾ, ਅਸ ਨਾਮ ਕਿਰਪਾਨ ਦਾ, ਹੱਥ ਵਿੱਚ ਕਿਰਪਾਨ ਰੱਖਣ ਵਾਲਾ। ਤਾਂ ਮਹਾਰਾਜ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾਂ ਤੇ ਪਰਮੇਸ਼ਰ ਨੇ ਆਪ ਹੀ ਖੜਗ ਪਹਿਨੀ ਹੈ, ਰਚੀ ਹੈ। ਮਾਨਤੀ ਸੁਰ ਅਸੁਰਨ ਕੇ। ਜੋ ਸ਼ਸਤਰ ਵਾ ਇਹ ਦੇਵਤਿਆਂ ਤੇ ਦੈਂਤਾਂ ਦੇ ਵੀ ਪੂਜ ਹਨ, ਪੂਜਣ ਦੇ ਯੋਗ ਹਨ। ਜੋ ਪੂਜੈ ਹੋਵੇ ਸੋ ਵਡੇਰੇ। ਹਾਂ, ਜਿਹੜਾ ਸ਼ਸਤਰਾਂ ਨੂੰ ਧਾਰਨ ਕਰਦਾ ਹੈ ਤੇ ਸ਼ਸਤਰਾਂ ਨੂੰ ਪੂਜਦਾ ਹੈ। ਮਹਾਰਾਜ ਕਹਿੰਦੇ ਜਿਹੜੇ ਜਿਹੜੇ ਵੀ ਸ਼ਸਤਰਾਂ ਨੂੰ ਧਾਰਨ ਕਰਦੇ ਤੇ ਪੂਜਦੇ ਆ ਉਹ ਵੱਡੇ ਹੋ ਜਾਂਦੇ ਆ, ਉਹ ਮਹਾਨ ਹੋ ਜਾਂਦੇ। ਇਸ ਕਰਕੇ ਗੁਰੂ ਸਾਹਿਬ ਜੀ ਨੇ ਸ਼ਸਤਰਾਂ ਦਾ ਬਹੁਤ ਵੱਡਾ ਆਦਰ ਰਖਾਇਆ। ਸਾਧ ਸੰਗਤ ਜੀ, ਤੇ ਗੁਰੂ ਦਾ ਨਿਸ਼ਾਨ ਦੇ ਉੱਤੇ ਵੀ ਖੰਡਾ ਲੱਗਾ ਹੁੰਦਾ। ਕਈ ਵਾਰੀ ਸੁਭਾਵਿਕ ਸਵਾਲ ਆਉਂਦਾ ਨਾ ਆਮ ਸੰਗਤ ਦੇ ਵਿੱਚ, ਜੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ ਚਾਹੀਦਾ ਹੈ ਕਿ ਨਹੀਂ ਟੇਕਣਾ ਚਾਹੀਦਾ? ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਟੇਕਣਾ ਚਾਹੀਦਾ। ਸਤਿਗੁਰੂ ਕਹਿੰਦੇ ਸ਼ਸਤਰ ਤਾਂ ਦੇਵਤੇ ਵੀ ਸ਼ਸਤਰਾਂ ਨੂੰ ਪੂਜਦੇ ਆ, ਦੈਂਤ ਵੀ ਸ਼ਸਤਰਾਂ ਨੂੰ ਨਮਸਕਾਰਾਂ ਕਰਦੇ ਆ, ਤੇ ਸ਼ਸਤਰ ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਗਾਤਰੇ ਪਹਿਨਿਆ ਹੋਇਆ ਹੈ। ਇਸ ਕਰਕੇ ਸ਼ਸਤਰਾਂ ਦੇ ਅਧੀਨ ਰਾਜ ਹੈ ਤੇ ਸ਼ਸਤਰਾਂ ਦੇ ਜਿੱਥੇ ਵਰਤਣਾ ਹੈ ਸ਼ਸਤਰ ਨੂੰ, ਉੱਥੇ ਸ਼ਸਤਰ ਦਾ ਸਤਿਕਾਰ ਵੀ ਹੈ ਤੇ ਸ਼ਸਤਰ ਦੀ ਪੂਜਾ ਵੀ ਹੈ। ਮਹਾਰਾਜ ਸਾਹਿਬ ਨੇ ਤੇ ਆਖਿਆ ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰੇ ਅਰ ਤੀਰ ਸਹਿਬ ਸਰੋਹੀ ਸਹਿਤੀ ਯਹ ਹਮਾਰੇ ਪੀਰ। ਮਹਾਰਾਜ ਕਹਿੰਦੇ ਸਾਡੇ ਪੀਰ ਤਾਂ ਇਹੀ ਆ, ਅਸੀਂ ਤੇ ਇਹਨਾਂ ਦੇ ਉੱਤੇ ਚੌਰ ਚਲਾਉਣੇ ਆ, ਇਹਨਾਂ ਤੇ ਫੁੱਲਾਂ ਦੀ ਵਰਖਾ ਕਰਦੇ ਆ, ਸ਼ਸਤਰਾਂ ਦੇ ਉੱਤੇ ਇਹਨਾਂ ਤੇ ਚੰਦਨ ਛਿੜਕਦੇ ਆ, ਇਹਨਾਂ ਤੇ ਸੁਗੰਧੀ ਛਿੜਕਦੇ ਆ, ਇਹਨਾਂ ਸ਼ਸਤਰਾਂ ਨੂੰ ਨਮਸਕਾਰ ਕਰਦੇ ਹਾਂ। ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ ਅਸੀਂ ਹੋਰ ਪੀਰਾਂ ਨੂੰ ਨਹੀਂ ਪੂਜਦੇ ਆ ਜਿਹੜੇ ਦੁਨੀਆ ਪੂਜਦੀ ਆ ਨਾ, ਕੋਈ ਗੁੱਗੇ ਪੀਰ ਨੂੰ, ਕੋਈ ਲਾਲਾ ਪੀਰ ਨੂੰ, ਕੋਈ ਹੋਰ ਪੀਰ ਨੂੰ। ਅਸੀਂ ਤੇ ਇਹਨਾਂ ਪੀਰਾਂ ਨੂੰ ਪੂਜਦੇ ਹਾਂ।
ਜਾਂ ਸਾਡਾ ਸਭ ਤੋਂ ਵੱਡਾ ਪੀਰ ਹੈ ਜਾਹਰ ਪੀਰ ਜਗਤ ਗੁਰ ਬਾਬਾ, ਜਗਤ ਗੁਰ ਬਾਬਾ ਜਾਹਰ ਪੀਰ। ਤੋ ਮਹਾਰਾਜ ਸਾਹਿਬ ਕਹਿੰਦੇ ਵੀ ਜਿਹੜਾ ਵੀ ਸ਼ਸਤਰਾਂ ਨੂੰ ਧਾਰਨ ਕਰਦਾ ਹੈ ਤੇ ਸ਼ਸਤਰਾਂ ਨੂੰ ਪੂਜਦਾ ਹੈ ਉਹ ਵੱਡੇ ਹੋ ਜਾਂਦੇ ਹਨ। ਮਨੁੱਖ ਵਿਚਾਰੇ ਦੀ ਤਾਂ ਗਿਣਤੀ ਹੀ ਕੀ ਹੈ। ਮਹਾਰਾਜ ਕਹਿੰਦੇ ਇਹ ਤਾਂ ਅਸਤੁਜ ਹਨ। ਸ੍ਰੀ ਅਕਾਲ ਪੁਰਖ ਜੋ ਮਹਾਨ ਪਰਮੇਸ਼ਰ ਉਹਨੇ ਵੀ ਅਸਤੁਜ ਧਾਰਨ ਕੀਤੀ ਹੈ, ਉਸਨੇ ਵੀ ਕਿਰਪਾਨ ਧਾਰੀ ਹੈ। ਉਹ ਐਸੇ ਬਚਨ ਕਲਗੀਧਰ ਪਾਤਸ਼ਾਹ ਦੇ ਮੁਖਾਰ ਬਿੰਦ ਤੋਂ ਸੁਣ ਕਰਕੇ ਕਪੂਰਾ ਚੌਧਰੀ ਚੁੱਪ ਕਰ ਗਿਆ। ਪਰ ਗੁਰੂ ਸਾਹਿਬ ਜੀ ਦੇ ਬਚਨਾਂ ਦੇ ਉੱਤੇ ਨਿਸ਼ਚਾ ਨਹੀਂ ਕੀਤਾ। ਮਹਾਰਾਜ ਦੇ ਬਚਨਾਂ ਨੂੰ ਇਹ ਕੂੜੇ ਕਪੂਰੇ ਨੇ ਕਹਿੰਦੇ ਵੀ ਨਿਸ਼ਚਾ ਧਾਰਨ ਕਰਕੇ ਨਹੀਂ ਮੰਨਿਆ। ਪਰ ਅੰਤਰਜਾਮੀ ਜਾਣਦੇ ਆ ਵੀ ਇਹ ਨਿਸ਼ਚਾ ਨਹੀਂ ਕਰਦਾ, ਸਾਡੇ ਬਚਨਾਂ ਭਰੋਸਾ ਨਹੀਂ ਕਰਦਾ। ਕਪੂਰਾ ਚੌਧਰੀ ਅੰਤਰਜਾਮੀ ਨੇ ਜਾਣ ਕੇ ਇਹਦੇ ਹਿਰਦੇ ਦੀ ਭਾਵਨਾ ਤੇ ਫਿਰ ਬਚਨ ਕੀਤਾ। ਮਹਾਰਾਜ ਕਹਿੰਦੇ ਕਪੂਰ ਸਿੰਘ ਕੰਨ ਦੇ ਕੇ ਭਾਈ ਕੰਨ ਕਰ ਸਾਡੇ ਵੱਲ, ਤੇ ਕੰਨ ਦੇ ਕਰਕੇ ਕੰਨ ਧਰ ਕੇ ਤੇ ਸਾਡਾ ਬਚਨ ਸੁਣ। ਭਾਵ ਕੰਨ ਦੇਣ ਦਾ ਕਿ ਧਿਆਨ ਨਾਲ ਸੁਣ ਸਾਡਾ ਬਚਨ। ਮਹਾਰਾਜ ਕਹਿੰਦੇ ਜੇ ਬਚਨ ਮੰਨੇਗਾ ਸਾਡਾ ਤੇ ਨਦੀ ਤੀਕ ਤੇਰਾ ਰਾਜ ਕਰ ਦੇਵਾਂਗੇ, ਸਤਲੁਜ ਤੀਕ ਤੇਰਾ ਰਾਜ ਹੋਵੇਗਾ। ਤੇ ਕੰਨ ਦੇ ਕੇ ਸਾਡਾ ਬਚਨ ਸੁਣ, ਸਤਲੁਜ ਤੀਕ ਤੇਰਾ ਰਾਜ ਕਾਇਮ ਕਰ ਦੇਵਾਂਗੇ। ਤੇ ਬਹੁਤ ਜ਼ਿਆਦੇ ਤੇਰਾ ਰਾਜ ਭਾਗ ਵੱਧ ਜਾਵੇਗਾ। ਹਾਥੀ ਘੋੜੇ ਤੇ ਦਲ ਤੇਰਾ ਬਹੁਤ ਹੋਵੇਗਾ। ਮਹਾਰਾਜ ਕਹਿੰਦੇ ਚੌਧਰੀਆ ਤੈਨੂੰ ਪਤਾ ਹੀ ਆ ਕਿ ਤੁਰਕਾਂ ਦੇ ਨਾਲ ਜ਼ਾਲਮਾਂ ਦੇ ਨਾਲ ਸਾਡਾ ਜੰਗ ਹੋ ਰਿਹਾ, ਤੇ ਤੁਰਕਾਂ ਦੇ ਨਾਲ ਜੰਗ ਕਰਨ ਦੇ ਵਾਸਤੇ ਆਪਣਾ ਕਿਲਾ ਸਾਨੂੰ ਦੇ ਦੇ, ਤੇ ਫਿਰ ਵੇਖੀ ਕਿਵੇਂ ਭਿਆਨਕ ਜੰਗ ਕਰਦੇ ਅਸੀਂ ਇਹਨਾਂ ਤੁਰਕਾਂ ਦੇ ਨਾਲ। ਤੇ ਇਹ ਕਿਲੇ ਦੇ ਵਿੱਚ ਫਿਰ ਅਸੀਂ ਮੋਰਚਾਬੰਦੀ ਕਰਕੇ ਔਰੰਗਜ਼ੇਬ ਦੀ ਜੋ ਫੌਜ ਚੜ੍ਹ ਕੇ ਆਉਣੀ ਨਾ ਸਾਡੇ ਤੱਕ, ਤੇ ਲੜ ਕੇ ਫਿਰ ਮਾਰਾਂਗੇ ਔਰੰਗਜ਼ੇਬ ਦੀ ਫੌਜ ਨੂੰ। ਜਿਹੜੇ ਤੇ ਫਿਰ ਸਾਡੇ ਨਾਲ ਮੁਕਾਬਲਾ ਕਰਨਗੇ ਉਹਨਾਂ ਨੂੰ ਤੇ ਲੜ ਕੇ ਮਾਰਾਂਗੇ, ਤੇ ਜਿਹੜੇ ਕਾਇਰ ਹੋਏ ਉਹਨਾਂ ਨੂੰ ਭਜਾ ਦਿਆਂਗੇ। ਵੇਖੀ ਤੂੰ ਕਿਵੇਂ ਭਜਦੇ ਜਾਂਦੇ ਇੱਥੋਂ। ਮਹਾਰਾਜ ਦਾ ਐਸਾ ਬਚਨ ਸੁਣ ਕਰਕੇ ਤੇ ਦੀਨ ਜਿਹਾ ਹੋ ਕੇ, ਦੁਖੀ ਜਿਹਾ ਹੋ ਕੇ, ਨਿੰਮੋ ਝੂਣਾ ਜਿਹਾ ਹੋ ਕੇ ਗਰੀਬ ਜਿਹਾ ਬਣ ਗਿਆ। ਫਿਰ ਪਹਿਲਾਂ ਆਇਆ ਬਾਹਾਂ ਚੌੜੀਆਂ ਕਰਕੇ ਆਉਂਦਾ ਸੀ, ਧੂੜ ਡਾਉਂਦਾ ਆਉਂਦਾ ਸੀ ਪਹਿਲੋਂ ਮਹਾਰਾਜ ਦੇ ਦਰਬਾਰ ਵਿੱਚ। ਹੁਣ ਜਦੋਂ ਗਰੀਬ ਨਵਾਜ ਨੇ ਆਖਿਆ ਵੀ ਚੌਧਰੀ ਆ ਕਿਲਾ ਦੇ ਜੰਗ ਕਰੀਏ ਤੁਰਕਾਂ ਨਾਲ, ਤੇਰੇ ਕਿਲੇ 'ਚ ਬੈਠ, ਤੇ ਫਿਰ ਦੀਨ ਮਨ ਜਿਹਾ ਹੋ ਕਰਕੇ ਕਹਿਣ ਲੱਗਾ ਮਹਾਰਾਜ ਸਾਡੇ ਵਿੱਚ ਐਡੀ ਸ਼ਕਤੀ ਕਿੱਥੇ, ਅਸੀਂ ਤੇ ਗਰੀਬ ਹਾਂ। ਮਹਾਰਾਜ ਮੇਰੇ ਵਿੱਚ ਇੰਨੀ ਸਮਰੱਥਾ ਕਿੱਥੇ ਹੈ ਕਿ ਆਪ ਜੀ ਨੂੰ ਮੈਂ ਕਿਹੜਾ ਦੇ ਸਕਾਂ। ਮਹਾਰਾਜ ਦੁਸ਼ਮਣ ਦੇ ਬਰਾਬਰ ਜਾਣ ਕੇ ਤੁਰਕ ਮੈਨੂੰ ਫੜ ਲੈਣਗੇ, ਗ੍ਰਿਫਤਾਰ ਕਰ ਲੈਣਗੇ। ਇਹ ਗਰੀਬ ਨਵਾਜ ਜੇ ਮੈਂ ਆਪ ਜੀ ਨੂੰ ਕਿਲਾ ਦੇ ਦਿੱਤਾ ਤੇ ਮੈਨੂੰ ਉਹ ਫਾਂਸੀ ਦੇ ਕੇ ਮਾਰ ਦੇਣਗੇ। ਕ੍ਰੋਹ ਨਾਮ ਹੈ ਗੁੱਸੇ ਦਾ, ਗੁੱਸੇ ਵਿੱਚ ਆ ਕਰਕੇ ਮੈਨੂੰ ਆਪਣਾ ਦੁਸ਼ਮਣ ਜਾਣ ਕਰਕੇ ਫਾਂਸੀ ਦੇ ਕੇ ਮਾਰ ਦੇਣਗੇ। ਇਹ ਸ੍ਰੀ ਗੁਰੂ ਜੀ ਤੁਹਾਨੂੰ ਤਾਂ ਕਿਸੇ ਦੀ ਪ੍ਰਵਾਹ ਕੋਈ ਨਹੀਂ, ਤੁਸੀਂ ਤੇ ਬੇਪਰਵਾਹ ਹੋ। ਤੁਸੀਂ ਤੇ ਮਾਰੇ ਔਰੰਗਜ਼ੇਬ ਨਾਲ ਵਿਗੜ ਗਏ, ਤੇ ਵਿਗੜ ਕੇ ਆਪਣੀ ਵਿਗਾੜ ਕੇ ਤੇ ਮਹਾਰਾਜ ਤੁਰਕਾਂ ਦੇ ਨਾਲ ਬਾਦਸ਼ਾਹ ਦੀ ਫੌਜ ਦੇ ਨਾਲ ਲੜਾਈ ਕਰ ਰਹੇ ਹੋ। ਮਹਾਰਾਜ ਲੱਖਾਂ ਤੁਸੀਂ ਔਰੰਗਜ਼ੇਬ ਦੀ ਫੌਜ ਦੇ ਬੰਦੇ ਵੀ ਮਾਰ ਦਿੱਤੇ ਤੇ ਆਪਣੇ ਵੀ ਮਰਵਾ ਲਏ। ਤੇ ਅਨੰਦਪੁਰ ਸਾਹਿਬ ਨੂੰ ਵੀ ਉਜਾੜ ਕਰਕੇ ਆਪਣੇ ਨਗਰ ਨੂੰ ਆ ਗਏ ਹੋ।
ਮਹਾਰਾਜ ਆਪਣਾ ਪਿੰਡ ਤੇ ਉਜਾੜ ਆਏ, ਉਹ ਆਨੰਦਪੁਰ ਸਾਹਿਬ ਤੇ ਹੁਣ ਮੇਰਾ ਵੀ ਉਜਾੜਨਾ ਚਾਹੁੰਦੇ। ਬੜੀ ਭਲੀ ਸਿੱਖਿਆ ਦੇਣ ਲੱਗੇ ਹੋ ਮੈਨੂੰ, ਜਿਸ ਦੇ ਬਚੇ ਨ ਕਿਤ ਕੋ ਭਾਗੇ। ਇਸ ਕਰਕੇ ਕੋਈ ਵੀ ਬਚ ਨਹੀਂ ਸਕਦਾ ਕਿਸੇ ਭੱਜ ਕਰਕੇ ਵੀ। ਤਿਨ ਤੁਰਕਾਂ ਤੇ ਮੋਰੇ ਬਿਗਾੜੋ। ਮਹਾਰਾਜ ਉਹਨਾਂ ਤੁਰਕਾਂ ਦੇ ਨਾਲ ਮੇਰਾ ਵਿਗਾੜ ਪਾਉਣਾ ਚਾਹੁੰਦੇ ਹੋ ਤੁਸੀਂ। ਜਿਵੇਂ ਉਜੜੇ ਤਿਨ ਮੋਰੇ ਬਿਗਾੜੋ। ਜਿਵੇਂ ਮਹਾਰਾਜ ਤੁਸੀਂ ਉਜੜੇ ਹੋ, ਇਸੇ ਤਰ੍ਹਾਂ ਮੈਨੂੰ ਵੀ ਉਜਾੜਨਾ ਚਾਹੁੰਦੇ। ਤੁਸੀਂ ਤਾਂ ਉਜੜੇ ਹੋਏ, ਆਪਣਾ ਆਨੰਦਪੁਰ ਸਾਹਿਬ ਉਜਾੜ ਕੇ ਆ ਗਏ ਹੋ, ਤੇ ਹੁਣ ਮੇਰਾ ਵੀ ਕੋਟਕਪੂਰਾ ਉਜਾੜਨਾ ਚਾਹੁੰਦੇ ਹੋ। ਹਮ ਤੋ ਬੰਦੇ ਨਿਤ ਪਤਸ਼ਾਹੀ। ਮਹਾਰਾਜ ਅਸੀਂ ਤੇ ਬਾਦਸ਼ਾਹੀ ਦੇ ਬੰਦੇ ਹਾਂ, ਕਿ ਅਸੀਂ ਤੇ ਬਾਦਸ਼ਾਹ ਦੇ ਆਖੇ ਲੱਗਣ ਵਾਲੇ, ਉਹਦੇ ਹੁਕਮ 'ਚ ਚੱਲਣ ਵਾਲੇ ਬੰਦੇ ਹਾਂ। ਵਿਗੜੇ ਮਾਰੇ ਮੁਝ ਦੇ ਭਾਈ। ਜੇ ਮੇਰੇ ਨਾਲ ਵਿਗੜ ਗਏ ਤੇ ਫਿਰ ਮਹਾਰਾਜ ਮੈਨੂੰ ਫਾਹੀ ਦੇ ਕੇ ਮਾਰ ਦੇਣਗੇ। ਸੁਣ ਸਤਿਗੁਰ ਸਿਉ ਕਰ ਭਾਖਾ। ਇਸ ਤਰ੍ਹਾਂ ਕੋਟਕਪੂਰੇ ਦੇ, ਇਹ ਜਿਹੜਾ ਕੋਟ ਵਾਲਾ ਕਪੂਰਾ ਹੈ ਨਾ, ਕਪੂਰਾ ਚੌਧਰੀ, ਤੇ ਕਪੂਰੇ ਚੌਧਰੀ ਦੀ ਇਹ ਗੱਲ ਸੁਣ ਕਰਕੇ ਫਿਰ ਵੀਰ ਰਸ ਵਿੱਚ ਆ ਕੇ, ਮਹਾਰਾਜ ਰਿਸ ਵਿੱਚ ਆ ਕੇ ਬਚਨ ਕੀਤਾ, ਜੇ ਕਰ ਇਕ ਤੇਰੀ ਤੋਂ ਬਿਲਖਾ। ਮਹਾਰਾਜ ਕਹਿੰਦੇ ਚੌਧਰੀਆ, ਜੇ ਇਸੇ ਤਰ੍ਹਾਂ ਤੇਰੀ ਇੱਛਾ ਹੈ ਤੋ ਤੇਰੇ ਮਾਸ ਤੁਰਕ ਕਹੀ ਮਾਰੇ। ਫਿਰ ਤੈਨੂੰ ਤੁਰਕ ਹੀ ਫਾਹੀ ਦੇ ਕੇ ਮਾਰ ਦੇਣਗੇ। ਜੇ ਤੂੰ ਇਹ ਗੱਲ ਕਹਿਣਾ ਨਾ ਵੀ ਮੇਰੇ ਨਾਲ ਵਿਗੜ ਜਾਣਗੇ, ਮੈਨੂੰ ਫਾਹੀ ਦੇ ਕੇ ਮਾਰ ਦੇਣਗੇ, ਤੇ ਫਿਰ ਤੇਰੀ ਇਹੀ ਇੱਛਾ ਪੂਰੀ ਹੋਵੇਗੀ, ਤੈਨੂੰ ਤੁਰਕ ਹੀ ਫਾਹੇ ਲਾ ਕੇ ਮਾਰਨਗੇ। ਗੁਣਿਆ ਗੁਣ ਤੋਂ ਕੁਛ ਨਾ ਵਿਚਾਰੈ। ਚੌਧਰੀਆ, ਗੁਣ ਕਿਹਦੇ ਵਿੱਚ ਹੈ, ਔਗਣ ਕਿਸ ਵਿੱਚ ਹੈ, ਤੂੰ ਕੁਛ ਵਿਚਾਰ ਨਹੀਂ ਕੀਤੀ। ਜਿਨ ਸ਼ਸਤਰਨ ਪਰ ਤਰਕ ਕਰਤਾ। ਜਿਨ੍ਹਾਂ ਸ਼ਸਤਰਾਂ ਦੇ ਉੱਤੇ ਤੂੰ ਤਰਕ ਕਰ ਰਿਹਾ ਹੈ, ਇਹਨਾਂ ਸ਼ਸਤਰਾਂ ਦੇ ਪ੍ਰਤਾਪ ਨੂੰ ਤੂੰ ਵੇਖਦਾ ਹੋਇਆ ਇਹਨਾਂ ਤੋਂ ਡਰਦਾ ਹੈ। ਮਹਾਰਾਜ ਕਹਿਣ ਲੱਗੇ, ਜਿਨ੍ਹਾਂ ਸ਼ਸਤਰਾਂ ਨੂੰ ਵੇਖ ਕੇ ਤੂੰ ਤਰਕ ਕਰਦਾ ਸੀ, ਇਹਨਾਂ ਦਾ ਪ੍ਰਤਾਪ ਤਾਂ ਵੇਖਦਾ। ਅਸੀਂ ਤੈਨੂੰ ਰਾਜ ਭਾਗ ਦੇਣ ਲੱਗੇ ਸੀ, ਤੈਨੂੰ ਵਡਿਆਈ ਦੇਣ ਲੱਗੇ, ਪਰ ਤੂੰ ਤਾਂ ਡਰ ਗਿਆ ਹੈ। ਤੇਰੇ ਭਾਗ ਹੀ ਮੰਦੇ ਆ, ਤੂੰ ਨਿਭਾਗਾ ਹੈ, ਤੂੰ ਵਡਿਆਈ ਪ੍ਰਾਪਤ ਹੀ ਨਹੀਂ ਕਰ ਸਕਿਆ। ਚੌਧਰੀਆ, ਜਿਹੜੀ ਗੱਲ ਤੂੰ ਕਹੀ ਨਾ ਕਿ ਆਪਣਾ ਆਨੰਦਪੁਰ ਉਜਾੜ ਕੇ ਆ ਗਏ, ਉਹ ਆਨੰਦਪੁਰਾ ਤੇ ਸਦਾ ਵਸਦਾ ਰਹਿਣਾ। ਆਨੰਦਪੁਰ ਸਾਹਿਬ ਤੇ ਸਦਾ ਵਸੇਗਾ। ਪਰ ਕਪੂਰੇ ਚੌਧਰੀਆ, ਐਸਾਂ ਤੇ ਤੂੰ ਨਹੀਂ ਰਹਿਣਾ। ਤੇਰੀ ਸਮਾਪਤੀ ਹੋ ਜਾਣੀ, ਤੇਰਾ ਨਾਸ਼ ਹੋ ਜਾਣਾ, ਆਨੰਦਪੁਰ ਸਾਹਿਬ ਸਦਾ ਵਸਦਾ ਰਹਿਣਾ ਹੈ। ਜਿਨ ਕੋ ਬੰਦਾ ਕਰੇ ਸੁਬੰਦ। ਤੇ ਜਿਨ੍ਹਾਂ ਦਾ ਤੂੰ ਕਹਿਣਾ ਨਾ ਮੈਂ ਬੰਦਾ ਵਾਂ, ਉਹਨਾਂ ਦਾ ਪਾਤਸ਼ਾਹੀ ਬੰਦਾ, ਤੇ ਉਹਨਾਂ ਨੇ ਤੈਨੂੰ ਕੈਦ ਵਿੱਚ ਬੰਦ ਕਰਨਾ ਹੈ। ਫਾਂਸੀ ਤੋਏ ਕਰਹਿ ਨਿਕੰਦ। ਤੈਨੂੰ ਫਾਂਸੀ ਦੇ ਕਰਕੇ ਮਾਰਨਗੇ। ਤਤ ਅਤਤ ਨ ਮੂਰਖ ਜਨ। ਮੂਰਖ ਮਾਰੇ ਕਹਿੰਦੇ, ਜਿਹੜਾ ਮੂਰਖ ਹੁੰਦਾ ਹੈ ਨਾ, ਗਰੀਬ ਨਵਾਜ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਜਿਹੜਾ ਮੂਰਖ ਹੁੰਦਾ ਉਹ ਸਾਰ ਅਸਾਰ ਨੂੰ ਵਿਚਾਰਦਾ ਨਹੀਂ ਹੈ। ਲਾਭ ਲੇਰ ਦੇ ਤੇ ਜੇ ਮੂਰਖ ਨੂੰ ਲਾਭ ਦੇਣ ਲੱਗੀਏ ਤੇ ਉਹਦੇ ਵਿੱਚ ਉਹ ਘਾਟਾ ਮੰਨਦਾ ਹੈ। ਪਸ਼ੂ ਦੀ ਤਰ੍ਹਾਂ ਪੇਟ ਭਰ ਕੇ ਸੌ ਜਾਂਦਾ ਹੈ ਮੂਰਖ। ਸੰਸਾਰ ਦਾ ਜਸ ਵੀ ਗਵਾ ਲੈਂਦਾ ਹੈ, ਪਰ ਲੋਕ ਦੀ ਕਲਿਆਣ ਵੀ ਗਵਾ ਲੈਂਦਾ ਹੈ। ਮੂਰਖ ਦੀ ਐਸੀ ਹਾਲਤ ਹੈ। ਮਤ ਅੰਨੇ ਜਾਣਿਓ ਕਛ ਨਾਹੀ। ਇਹ ਮਤ ਦਿਆ ਅੰਨਿਆ, ਤੂੰ ਕੁਝ ਵੀ ਨਹੀਂ ਜਾਣ ਸਕਿਆ। ਸਭ ਸੁਖ ਦੇ ਪਰਿਓ ਦੁਖ ਮਾਹੀ। ਮੂਰਖਾ, ਤੈਨੂੰ ਕਿੰਨਾ ਸੁਖ ਦੇਣ ਲੱਗੇ ਸੀ, ਪਰ ਤੂੰ ਫਿਰ ਵੀ ਦੁੱਖ ਵਿੱਚ ਹੀ ਜਾ ਕੇ ਪਿਆ ਹੈ। ਜਿਨ ਤੁਰਕਨ ਪਰਿਓ ਪਰਵਾਸਾ। ਜਿਨ੍ਹਾਂ ਤੁਰਕਾਂ ਦੇ ਉੱਤੇ ਤੇਰੇ ਹਿਰਦੇ ਵਿੱਚ ਭਰੋਸਾ ਹੈ, ਤੂੰ ਉਹਨਾਂ ਦਾ ਆਸਰਾ ਰੱਖਿਆ ਹੋਇਆ ਹੈ। ਉਹਨਾਂ ਤੁਰਕਾਂ ਤੋਂ ਹੀ ਤੇਰਾ ਨਾਸ ਹੋਵੇਗਾ, ਉਹੀ ਤੈਨੂੰ ਫਾਹੇ ਲਾ ਕੇ ਮਾਰਨਗੇ।
ਖੇਤ ਤੋਬਰਾ ਜਿਹੜਾ ਉਹ ਤੇਰੇ ਮੂੰਹ ਤੇ ਚੜਾ ਕੇ ਫਾਂਸੀ ਦੇਣ ਲੱਗੇ, ਜਿਹੜਾ ਮੂੰਹ ਤੇ ਚੜਾਉਂਦੇ ਆ, ਉਹ ਖੇਤ ਤੋਬਰਾ ਤੇਰੇ ਮੂੰਹ ਤੇ ਚੜਾ ਕਰਕੇ ਛੇਤੀ ਤੈਨੂੰ ਫਾਂਸੀ ਦੇ ਕੇ ਮਾਰ ਦੇਣਗੇ। ਇਹ ਬਚਨ ਸੁਣ ਕਰਕੇ ਕਪੂਰਾ ਚੌਧਰੀ ਸ਼ਰਮਿੰਦਾ ਹੋਇਆ। ਕਹਿੰਦੇ ਵੀ ਇਸ ਤਰ੍ਹਾਂ ਝੂਠਾ ਜਿਹਾ ਹੋ ਗਿਆ, ਤੇ ਪਹਿਲੋਂ ਆਕੜ ਕੇ ਬੈਠਾ ਸੀ ਨਾ, ਹੁਣ ਗਰੀਬ ਨਾਮ ਹੈ ਧੌਣ ਦਾ, ਗਰਦਨ ਨੀਵੀਂ ਹੋ ਗਈ ਕਪੂਰੇ ਚੌਧਰੀ ਦੀ, ਹੁਣ ਨੀਵੀਂ ਧੌਣ ਕਰਕੇ ਬੈਠ ਗਿਆ। ਚੁੱਪ ਕਰਕੇ ਆਪਣੇ ਘਰ ਨੂੰ ਚਲੇ ਗਿਆ। ਬੜਾ ਭਿਆਨਕ ਸਰਾਪ ਹੋ ਗਿਆ, ਭਾਰੀ ਦੁੱਖ ਮੰਨਿਆ। ਘਰੇ ਜਾ ਕੇ ਸੋਚੀ ਪੈ ਗਿਆ, ਕਹਿੰਦਾ ਵੀ ਭਲਾ ਹੋਣ ਦੀ ਥਾਂ ਤੇ ਉਲਟਾ ਹੀ ਹੋ ਗਿਆ, ਤਾਂ ਭਲੀ ਦੀ ਥਾਂ ਤੇ ਉਲਟੀ ਗੱਲ ਵਿੱਚ ਪੈ ਗਏ। ਆਪਣੇ ਕਿਲੇ ਵਿੱਚ ਜਾ ਕੇ ਵੜ ਗਿਆ ਤੇ ਤਕੜਾਈ ਕਰ ਲਈ। ਆਪਣੇ ਸਿਪਾਹੀਆਂ ਨੂੰ, ਨੌਕਰਾਂ ਚਾਕਰਾਂ ਨੂੰ ਆਖ ਦਿੱਤਾ, ਚੰਗੀ ਤਰ੍ਹਾਂ ਤਕੜਾਈ ਕਰ ਲਓ, ਕਿਤੇ ਐਸਾ ਨਾ ਹੋਵੇ ਗੁਰੂ ਗੋਬਿੰਦ ਸਿੰਘ ਧੱਕੇ ਨਾਲ ਆ ਕੇ ਕਿਲੇ 'ਚ ਵੜ ਜਾਣ, ਤਕੜਾਈ ਕਰ ਲਓ। ਪਹਿਰੇਦਾਰਾਂ ਨੂੰ ਆਖ ਦਿੱਤਾ, ਸਾਰੇ ਕਵਾੜ ਜਿਹੜੇ ਆ ਨਾ ਉਹ ਬੰਦ ਕਰਵਾ ਦਿੱਤੇ। ਕਵਾੜ ਨਾਮ ਦਰਵਾਜ਼ਿਆਂ ਦਾ ਹੁੰਦਾ। ਕਈ ਪੁੱਛਦੇ, ਕਹਿੰਦੇ ਕਿ ਕਵਾੜ ਕਾਹਤੋਂ ਲਿਖਿਆ ਹੋਇਆ ਵੀ ਇੰਨੇ ਵਜੇ ਕਵਾੜ ਖੁੱਲਣਗੇ? ਕਵਾੜ ਦਰਵਾਜ਼ਿਆਂ ਨੂੰ ਹੀ ਕਿਹਾ ਜਾਂਦਾ। ਇੱਥੇ ਆ ਗਿਆ ਕੋਈ, ਉਹਨੇ ਜਾ ਕੇ ਆਪਣੇ ਜਿਹੜੇ ਕਵਾੜ ਸੀ ਨਾ, ਦੁਆਰ ਦਰਵਾਜ਼ੇ ਦੇ ਅਸੰਜਤ ਬੰਦ ਕਰ ਲਏ। ਸੋਚਦਾ ਇਹ ਹੀ ਆ, ਕਹਿੰਦਾ ਐਸਾ ਨਾ ਹੋਵੇ ਕਿਤੇ ਕਿਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਆ ਕੇ ਵੜ ਜਾਣ ਸਿੰਘਾਂ ਸਮੇਤ। ਉਧਰੋਂ ਬਾਦਸ਼ਾਹ ਦੀ ਫੌਜ ਚੜ ਕੇ ਆ ਜਾਵੇ ਤੇ ਫਿਰ ਲੜਾਈ ਮੱਚ ਜਾਵੇ ਤੇ ਮੇਰਾ ਕਿਲਾ ਜਿਹੜਾ ਹੈ ਗਰਦ ਵਿੱਚ ਮਿਲਾ ਦੇਣ। ਇਸ ਕਰਕੇ ਸਾਰੇ ਦਰਵਾਜ਼ੇ ਬੰਦ ਕਰ ਲਏ। ਪਰ ਕਪੂਰੇ ਚੌਧਰੀ ਦੇ ਚਿੱਤ ਦੇ ਵਿੱਚ ਬਹੁਤੀ ਚਿੰਤਾ ਪੈਦਾ ਹੋ ਗਈ। ਮੂਰਖ ਕਪੂਰੇ ਚੌਧਰੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਚਨ ਨਹੀਂ ਮੰਨਿਆ। ਬਾਹਰ ਨਹੀਂ ਲਿਆ ਤੇ ਸ਼ਰਾਪ ਲੈ ਲਿਆ। ਮਹਾਰਾਜ ਵਰਦਾਨ ਦੇਣਾ ਚਾਹੁੰਦੇ ਸੀ, ਯਾ ਸਤਲੁਜ ਤੀਕ ਤੇਰਾ ਰਾਜ ਭਾਗ ਵਧਾ ਦਿੰਦੇ ਆ ਜੇ ਬਚਨ ਮੰਨੇਗਾ, ਪਰ ਨਹੀਂ ਮੰਨ ਸਕਿਆ ਤੇ ਸ਼ਰਾਪ ਲੈ ਲਿਆ। ਤੇ ਇਸ ਤਰ੍ਹਾਂ ਆਪਣੇ ਘਰੇ ਵੜ ਕੇ ਬੈਠ ਗਿਆ। ਫਿਰ ਸਮੇਂ ਦੇ ਨਾਲ ਜਿਹਦੇ ਨਾਂ ਦੇ ਉੱਤੇ ਈਸੇ ਖਾਂ ਦਾ ਕੋਟ ਵਸਿਆ ਹੈ ਨਾ, ਉਹ ਈਸੇ ਖਾਂ ਨੇ ਮਾਰਿਆ ਸੀ ਫਿਰ ਕਪੂਰੇ ਚੌਧਰੀ ਨੂੰ ਫਾਹੇ ਲਾ ਕਰਕੇ। ਗੁਰੂ ਜੀ ਦੇ ਪਾਵਨ ਇਤਿਹਾਸ ਦੀ ਵਿਚਾਰ ਸਾਂਝੇ ਕਰਦੇ ਹਾਂ। ਇੱਥੇ ਅਧਿਆਏ ਦੀ ਵੀ ਸਮਾਪਤੀ ਹੈ, ਸਮੇਂ ਦੀ ਵੀ ਸਮਾਪਤੀ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰਸੰਗਤ ਜੀ ਖਿਮਾ ਦੇਣ। ਤੇ ਭਾਈ ਅਵਤਾਰ ਸਿੰਘ ਜੀ ਨਾਲ ਨੇ ਪਾਠ ਵੀ ਬੜਾ ਸੋਹਣਾ ਕੀਤਾ ਨਾਲ। ਇੱਧਰ ਹੋਵੇ ਤੇ ਫਿਰ ਹੀ ਆਨੰਦ ਬਣਦਾ, ਕਿਉਂਕਿ ਕੱਲੀ ਕੱਲੀ ਪੰਕਤੀ ਦਾ ਪਤਾ ਲੱਗੇ ਤੇ ਅਰਥ ਵੀ ਸਪਸ਼ਟ ਤਾਂ ਹੀ ਹੋਵੇ। ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਮੇਰਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਦੇਣੀ। ਦੇਖੋ ਸੱਜਣੇ ਅਸੀਸ ਅੜੀਆਂ ਜੋ ਹੋਵੇ ਸਭ ਸਿਉ ਮੇਲ। ਤੇ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਸਤਿਕਾਰਯੋਗ ਭਾਈ ਦਿਆਲ ਸਿੰਘ, ਉਹਨਾਂ ਦੇ ਆਪ ਵੀ ਸ਼ਬਦ ਕੀਰਤਨ ਦੇ ਨਾਲ ਜੁੜਨਾ ਹੈ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ, ਪ੍ਰਾਨ ਨਾਥ ਅਨਾਥ ਸਕੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ, ਅੰਧਕੂਪ ਮਹਾਭਿਆਨ ਨਾਨਕ ਪਾਰੇ। ਆਏ ਤਬ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ, ਕਥਾ ਹਿਤਾ ਪ੍ਰਤ ਹੋਤ ਹੈ। ਸੁਨ ਹੋ ਸਿੰਘ ਸੁਜਾਨ, ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ। ਨਾਨਕ ਗੁਰ ਗੋਬਿੰਦ ਸਿੰਘ ਜੀ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ।